ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਨ ਪੁਨ ਸੀਸਾ ਵਾਹਿਗੁਰੂ ਪੁੰਨ ਪੁਨ ਸੀਸਾ। ਬੰਦੋਂ ਬਾਰ 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 ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਿਉ ਜੰਜਾਰ ਉਰਜਿਓ ਮਨਾ। ਕਾਜ ਨ ਤੇਰੋ ਕੋਏ। ਸਤਿਗੁਰ ਚਰਨ ਸਰੋਜ ਕੋ ਸੇਵ ਸਦਾ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई। गुरु का खास रूप गुरु खालसा साध संगत। बड़ भागी हर संगत पावै भागहीन भरम चोटां खावै। ਵੱਡਿਆਂ ਭਾਗਾਂ ਵਾਲੇ ਹੋ ਕੇ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਅੰਤਰਯਾਮੀ ਦਇਆਨਿਧ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਗ੍ਰਸਤੀ ਹੋਵਾਂ ਜਾਂ ਕੋਈ ਸੰਤ ਹੋਵਾਂ ਉਹਦੇ ਲਈ ਕਿਰਪਾ ਕਰੋ। ਸਤਿਗੁਰਾਂ ਆਖਿਆ ਇਹਦਾ ਜਵਾਬ ਤੈਨੂੰ ਇੱਕ ਨਗਰ 'ਚ ਮਿਲੇਗਾ, ਉੱਥੇ ਜਾ। ਜਦੋਂ ਇਹ ਸਿੱਖ ਗਿਆ ਕੀ ਵੇਖਦਾ, ਜੰਗਲ ਵਿੱਚ ਇੱਕ ਮਹਾਤਮਾ ਬੈਠਾ ਹੈ। ਉਸ ਮਹਾਤਮਾ ਦੇ ਪਾਸ ਕਿਸੇ ਨੇ ਆ ਕੇ ਕੁਝ ਵਸਤੂ ਅਰਪਣ ਕੀਤੀ ਹੈ ਤਾਂ ਨਮਸਕਾਰ ਕਰਕੇ ਚਲਾ ਗਿਆ। ਇੰਨੇ ਨੂੰ ਬਾਅਦ ਵਿੱਚ ਦੂਸਰਾ ਵਿਅਕਤੀ ਆਇਆ, ਉੱਥੋਂ ਚੁੱਕ ਕੇ ਲੈ ਗਿਆ। ਜਦੋਂ ਵਸਤੂ ਆਈ ਉਦੋਂ ਖੁਸ਼ੀ ਨਹੀਂ ਮਨਾਈ, ਜਦੋਂ ਵਸਤ ਗਈ ਤੇ ਮਨ 'ਚ ਦੁੱਖ ਨਹੀਂ ਹੋਇਆ। ਸੰਤ ਇੱਕ ਸਮਾਨ ਬੈਠਾ ਰਿਹਾ। ਇੱਕ ਸਿੱਖ ਦੇ ਘਰ ਗਿਆ, ਸਿੱਖ ਦੀ ਘਾਲਣਾ ਵੇਖੀ, ਉਹਨੇ ਸਭ ਕੁਝ ਗੁਰੂ ਲੇਖੇ ਲਾ ਦਿੱਤਾ। ਵਾਪਸ ਆਇਆ, ਜੰਗਲ ਵਿੱਚ ਇੱਕ ਪੰਛੀਆਂ ਦਾ ਜੋੜਾ ਹੈ। ਉਹਨਾਂ ਨੇ ਕਿਵੇਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਗ੍ਰਸਤੀ ਦਾ ਧਰਮ ਨਿਭਾਇਆ। ਇਹ ਤਿੰਨੇ ਕੌਤਕ ਵੇਖ ਕੇ ਸਿੱਖ ਮਹਾਰਾਜ ਜੀ ਦੇ ਕੋਲ ਵਾਪਸ ਆਇਆ। ਸਤਿਗੁਰਾਂ ਨੇ ਦੱਸਿਆ, ਜੇ ਸਿੱਖ ਬਣਨਾ ਤਾਂ ਉਹੋ ਜਿਹਾ, ਜੇ ਗ੍ਰਸਤੀ ਬਣਨਾ ਤਾਂ ਐਸਾ, ਉਹਨਾਂ ਪੰਛੀਆਂ ਦੇ ਸਮਾਨ, ਔਰ ਜੇ ਸੰਤ ਹੋਣਾ ਤਾਂ ਫਿਰ ਉਹੋ ਜਿਹਾ ਹੋਣਾ ਕਰ। ਹੁਣ ਇਹ ਤੇਰੇ ਤੇ ਨਿਰਭਰ ਹੈ, ਤੂੰ ਕਿਸ ਪਾਸੇ ਟੁਰਨਾ। ਇਸ ਤਰ੍ਹਾਂ ਦੇ ਬੇਅੰਤ ਚੋਜ ਤੇ ਕੌਤਕ ਕਰਕੇ ਸਤਿਗੁਰੂ ਜੀ ਆਪਣੇ ਸੇਵਕਾਂ ਦਾ, ਸਿੱਖਾਂ ਦਾ ਪਾਰ ਉਤਾਰਾ ਕਰ ਰਹੇ ਨੇ। ਅਨੇਕਾਂ ਦੇ ਜਨਮ ਮਰਨ ਸਤਿਗੁਰੂ ਜੀ ਨੇ ਕੱਟ ਦਿੱਤੇ ਹਨ।
ਅਗਲਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। 46ਵਾਂ ਅਧਿਆਇ ਹੈ। ਮੰਗਲਾਚਰਨ ਮਹਾਕਵੀ ਕਵਿਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਰ ਰਹੇ ਨੇ। ਆਓ ਮਨ ਬਿਰਤੀਆਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਕਥਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਇਹ ਕਥਾ ਹੈ ਜੋ ਸਮਾਪਤੀ ਵਾਲੇ ਪਾਸੇ ਵਧ ਰਹੀ ਹੈ। ਅਗਲੇ ਮਹੀਨੇ ਵਿੱਚ ਇਸ ਪਾਵਨ ਕਥਾ ਦਾ ਭੋਗ ਪੈ ਜਾਵੇਗਾ। ਫਿਰ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਆਰੰਭ ਹੋਵੇਗੀ। 46ਵਾਂ ਅਧਿਆਇ ਹੈ। ਕੁੱਲ ਅਧਿਆਇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਉੱਤਰਾਰਧ ਹਿੱਸੇ ਦੇ 57 ਹਨ। 46ਵਾਂ ਅਧਿਆਇ ਅੱਜ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰੀਏ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਹੋਇਆ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਉ ਜੰਜਾਰ ਉਰਜੋ ਮਨਾ ਕਾਜ ਨ ਤੇਰੇ ਕੋਏ। ਸਤਿਗੁਰੂ ਜੀ ਦੇ ਚਰਨਾਂ ਦਾ ਮੰਗਲ ਕਰਦੇ ਨੇ। ਏ ਮੇਰਿਆ ਮਨਾ, ਤੂੰ ਕਿਹੜਿਆਂ ਜੰਜਾਲਾਂ ਵਿੱਚ ਉਲਝਿਆ ਹੋਇਆ। ਜਿਨ੍ਹਾਂ ਜੰਜਾਲਾਂ ਵਿੱਚ ਤੈਂ ਲੱਗਾ ਹੋਇਆ, ਇਹ ਜੰਜਾਲ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ। ਸਤਿਗੁਰ ਚਰਨ ਸਰੋਜ ਕੋ ਸੇਵ ਸਦਾ ਸੁਖ ਹੋਏ। ਤੇਰੇ ਕੋਲ ਹਾਲੇ ਵੇਲਾ ਹੈ। ਤੂੰ ਗੁਰੂ ਸਾਹਿਬ ਜੀ ਦੇ ਜੋ ਪਵਿੱਤਰ ਚਰਨ ਕਮਲ ਹਨ, ਸਤਿਗੁਰਾਂ ਦੇ ਚਰਨ ਕਮਲਾਂ ਨੂੰ ਸੇਵ। ਜਦੋਂ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਸੇਵੇਂਗਾ ਤਾਂ ਤੈਨੂੰ ਸदैवी ਸੁੱਖ ਦੀ ਪ੍ਰਾਪਤੀ ਹੋਵੇਗੀ। ਚੌਪਈ ਸੁਣ ਸ਼੍ਰੀ ਤੇਹਣ ਕੁਲ ਉਜਿਆਰਾ। ਬ੍ਰਹਮ ਗਿਆਨੀ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ। ਪ੍ਰਭੂ ਬਿਰਾਜੇ ਪੁਰ ਕਰਤਾਰਾ। ਸੁਣਾਉਂਦਿਆਂ ਕਹਿੰਦੇ ਹੈ ਗੁਰੂ ਅੰਗਦ ਸਾਹਿਬ ਜੀ ਸਰਵਣ ਕਰੋ ਗੁਰੂ ਸਾਹਿਬ ਦੀ ਕਥਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਵਸਾਏ ਹੋਏ ਸੋਹਣੇ ਨਗਰ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਨਿਵਾਸ ਕਰ ਰਹੇ ਹਨ। ਇੱਕ ਦਿਨ ਬਾਹਰ ਬਿਰਛ ਕੀ ਛਾਇਆ। ਕਰਤਾਰਪੁਰ ਸਾਹਿਬ ਹੀ ਸਤਿਗੁਰੂ ਜੀ ਨਗਰ ਤੋਂ ਬਾਹਰ-ਬਾਰ ਇੱਕ ਦਰਖਤ ਦੀ ਸੰਘਣੀ ਛਾਂ ਥੱਲੇ ਜਗਤ ਗੁਰੂ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਡੋਲ ਬੈਠੇ ਹਨ। ਬੈਠ ਰਹੀ ਗੁਰ ਸਹਿਜ ਸੁਭਾਇਆ। ਸੁਤੇ ਸਿਧ ਸੁਭਾਵਕ ਕੀ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਦੇ ਨੇੜੇ ਤੇੜੇ ਬਾਹਰ ਖੁੱਲਾ ਥਾਂ ਹੈ, ਵਿਚਰਿਆ ਕਰਦੇ ਸਨ। ਇੱਧਰ ਡੇਰਾ ਬਾਬਾ ਨਾਨਕ ਰਮਦਾਸ ਨਗਰ ਹੈ ਨੇੜੇ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਰਦੇ ਰਹਿੰਦੇ ਸਨ। ਤੋ ਕਰਤਾਰਪੁਰ ਸਾਹਿਬ ਤੋਂ ਬਾਰ-ਬਾਰ ਇੱਕ ਦਰਖਤ ਦੀ ਛਾਂ ਥੱਲੇ ਸਤਿਗੁਰੂ ਜੀ ਸੁਤੇ ਸੇਧੀ ਬੈਠੇ ਹਨ। ਬਾਰਕ ਅਜਾ ਚਰਾਵਤ ਆਵਾ। ਕੀ ਵੇਖਦੇ ਨੇ ਕਿ ਇੱਕ ਛੋਟਾ ਜਿਹਾ ਬਾਲਕ ਹੈ, ਬੱਚਾ, ਉਹ ਉੱਥੇ ਬੱਕਰੀਆਂ ਚਾਰਦਾ ਆਇਆ ਹੈ। ਜਗਨ ਲਗਿਓ ਜੈ ਭਾਗ ਸੁਹਾਵਾ। ਇਹ ਬੱਚਾ ਜਿਹਦੇ ਕੋਈ ਭਾਗ ਨੇ, ਕਈ ਜਨਮਾਂ ਦੀ ਤਪੱਸਿਆ, ਕਈ ਜਨਮਾਂ ਦੀ ਬੰਦਗੀ ਹੈ, ਉਸ ਬੰਦਗੀ ਨੂੰ ਫਲ ਮਿਲਣ ਲੱਗਾ। ਜਾਂ ਇਸ ਤਰ੍ਹਾਂ ਕਹਿ ਲਈਏ ਕਈ ਜਨਮਾਂ ਦੇ ਜਿਹੜੇ ਚੰਗੇ ਕਰਮਾਂ ਦੇ ਭਾਗ ਸਨ, ਉਹ ਭਾਗ ਇਸ ਬੱਚੇ ਦੇ ਜਾਗਣ ਲੱਗੇ ਹਨ। ਤੈਂ ਬਿਲੋਕ ਬੋਲੇ ਗਤ ਦਾਈ। ਬੱਚਾ ਬੱਕਰੀਆਂ ਚਰਾ ਰਿਹਾ ਸੀ। ਸਤਿਗੁਰੂ ਜੀ ਦੀ ਨਿਗਾਹ ਪਈ ਉਸ ਬੱਚੇ ਤੇ। ਵੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਆਨੋ ਬਾਲੇ ਬਾਲ ਬੁਲਾਈ। ਮਹਾਰਾਜ ਜੀ ਭਾਈ ਬਾਲੇ ਨੂੰ ਕਹਿੰਦੇ, ਭਾਈ ਬਾਲਾ ਜੀ ਆਓ ਜੋ ਸਾਹਮਣੇ ਬੱਚਾ ਬੱਕਰੀਆਂ ਚਾਰ ਰਿਹਾ, ਏਦਾਂ ਕਰੋ ਵੀ ਉਹਨੂੰ ਬੁਲਾ ਕੇ ਲਿਆਓ ਸਾਡੇ ਕੋਲ। ਮੈਂ ਗਮਨਿਓ ਜੈ ਅਜਾ ਚਰਾਵਤ। ਭਾਈ ਬਾਲਾ ਜੀ ਕਹਿੰਦੇ ਗੁਰੂ ਪਾਤਸ਼ਾਹ ਦਾ ਹੁਕਮ ਸੁਣ ਕੇ
ਮੈਂ ਉਸ ਬੱਚੇ ਨੂੰ ਬੁਲਾਉਣ ਵਾਸਤੇ ਉਸ ਬੱਚੇ ਦੇ ਕੋਲ ਗਿਆ। ਕਹਿਓ ਬਾਲ ਤੁਝ ਤਪਾ ਬੁਲਾਵਤ। ਜਿੱਥੇ ਉਹ ਬੱਚਾ ਬੱਕਰੀਆਂ ਚਾਰ ਰਿਹਾ ਸੀ, ਮੈਂ ਜਾ ਕੇ ਉਸ ਬਾਲਕ ਨੂੰ ਕਿਹਾ, ਹੇ ਬਾਲਕ, ਉਹ ਸਾਹਮਣੇ ਸਤਿਗੁਰੂ ਜੀ ਬੈਠੇ ਨੇ, ਉਹ ਤੁਹਾਨੂੰ ਬੁਲਾ ਰਹੇ ਹਨ। ਕਿਛਕ ਕਹਿਤ ਸੁਨੀਏ ਟਿਗ ਆਈ। ਪਤਾ ਨਹੀਂ ਉਹਨਾਂ ਨੇ ਤੁਹਾਡੇ ਨਾਲ ਕੀ ਬਚਨ ਕਰਨਾ ਹੈ, ਕੀ ਕਹਿਣਾ ਹੈ। ਤੁਸੀਂ ਉਹਨਾਂ ਦੇ ਕੋਲ ਚੱਲ ਕੇ ਉਹਨਾਂ ਦੇ ਬਚਨ ਸੁਣੋ। ਬੋਹਰੋ ਅਜਾ ਚਰਾਵੋ ਜਾਈ। ਇੱਕ ਵਾਰ ਉਹਨਾਂ ਨੂੰ ਮਿਲਾਓ, ਸਤਿਗੁਰਾਂ ਨੂੰ ਤੁਹਾਨੂੰ ਬੁਲਾ ਰਹੇ ਨੇ, ਮੁੜ ਕੇ ਆ ਕੇ ਤੁਸੀਂ ਆਪਣੀਆਂ ਇਹ ਬੱਕਰੀਆਂ ਚਰਾ ਲਿਓ। ਸੁਨ ਬਾਲਿਕ ਆਵਾ ਸੰਗ ਮੇਰੇ। ਕਹਿੰਦੇ ਇਹ ਸੁਣ ਕੇ ਉਹ ਬਾਲਕ, ਉਹ ਬੱਚਾ ਭਾਈ ਬਾਲਾ ਜੀ ਕਹਿੰਦੇ ਮੇਰੇ ਨਾਲ ਚੱਲ ਕੇ ਆਇਆ। ਹਰਖਿਓ ਪ੍ਰਭ ਕੋ ਦਰਸ਼ਨ ਹੀਰੇ। ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਬਾਲਕ ਨੂੰ ਬੜੀ ਖੁਸ਼ੀ ਮਹਿਸੂਸ ਹੋਈ। ਸਤਿਗੁਰਾਂ ਦੇ ਖਿੜੇ ਚਿਹਰੇ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਨੇ ਵੀ ਬੜੀ ਪ੍ਰਸੰਨਤਾ ਕੀਤੀ ਉਸ ਬਾਲਕ ਤੇ। ਚਰਨ ਕਮਲ ਪਰ ਬੰਧਨ ਤਾਰੀ। ਉਸ ਬਾਲਕ ਨੇ, ਬੱਚੇ ਨੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਤੇ ਸੋਹਣਿਆਂ ਚਰਨਾਂ ਕਮਲਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬੋਰੋ ਠਾਂਡੋ ਰਿਓ ਅਗਾਰੀ। ਔਰ ਨਮਸਕਾਰ ਕਰਕੇ ਉਹ ਬਾਲਕ ਨੇ ਹੱਥ ਜੋੜੇ। ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਖਲੋਤਾ ਰਿਹਾ। ਕਿਰਪਾ ਦ੍ਰਿਸ਼ਟੀ ਅਵਲੋਕ ਗੁਸਾਈ। ਕਿਰਪਾ ਭਰੀ ਸੋਹਣੀ ਤੇ ਸਵੱਲੀ ਨਿਗਾਹ ਨਾਲ ਮੇਰੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸ ਬਾਲਕ ਵੱਲੇ ਵੇਖਿਆ ਹੈ। ਸ਼੍ਰੀ ਮੁਖ ਕੋਮਲ ਗਿਰਾ ਅਲਾਈ। ਕੋਮਲ ਤੇ ਮਿੱਠੇ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ। ਉਸ ਬੱਚੇ ਨੂੰ ਵੇਖ ਕੇ ਕਹਿਣ ਲੱਗੇ, ਕਹੋ ਬਾਲਕ ਕੋ ਹੈ ਤਵ ਨਾਮੋ। ਮਹਾਰਾਜ ਜੀ ਨੇ ਪੁੱਛਿਆ, ਹਾਂ ਬਾਲਕ, ਹੇ ਬੇਟਾ ਦੱਸ ਤੇਰਾ ਕੀ ਨਾਮ ਹੈ। ਉਹਦਾ ਨਾਮ ਪੁੱਛਿਆ ਸਤਿਗੁਰਾਂ ਨੇ। ਮਹਾਰਾਜ ਜੀ ਪੁੱਛਦੇ, ਹੈ ਬਾਲਕ ਤੁਹਾਡਾ ਕੀ ਨਾਮ ਹੈ। ਕੌਣ ਗ੍ਰਾਮ ਮੈਂ ਤੇਰੋ ਤਾਮੋ। ਕਿਹੜੇ ਨਗਰ ਦੇ ਤੁਸੀਂ ਰਹਿਣ ਵਾਲੇ ਹੋ। ਕੈ ਕੋ ਤਾਤ ਸੁਦੇਉ ਬਤਾਈ। ਕਿਸ ਦੇ ਪਰਿਵਾਰਾਂ ਦੇ ਵਿੱਚੋਂ ਹੋ ਤੁਸੀਂ, ਕਿਸ ਦੇ ਪੁੱਤਰ ਹੋ। ਅਜਾ ਚਰਾਏ ਕੇ ਆਪਨ ਪਰਾਈ। ਇਹ ਬੱਕਰੀਆਂ ਚਾਰ ਰਹੇ ਹੋ, ਇਹ ਤੁਹਾਡੀਆਂ ਆਪਣੀਆਂ ਨੇ ਜਾਂ ਕਿਸੇ ਬਗਾਨੇ ਦੀਆਂ ਹਨ। ਸੁਨ ਕੈ ਸਿਸਨੇ ਬਚਨੀ ਉਚਾਰੇ। ਸੁਣ ਕੇ ਉਹ ਬੱਚਾ ਅੱਗੋਂ ਬੋਲਿਆ, ਕਹਿਣ ਲੱਗਾ, ਘਰ ਹੈ ਨਿਕਟ ਜੋ ਗ੍ਰਾਮ ਤੁਮਾਰੇ। ਕਹਿਣ ਲੱਗਾ, ਜੀ ਮੇਰਾ ਘਰ ਇੱਥੇ ਨੇੜੇ ਹੀ, ਆਪ ਜੀ ਦੇ ਗ੍ਰਾਮ ਦੇ ਆ ਸਾਹਮਣੇ ਜੋ ਗ੍ਰਾਮ ਨੇੜੇ ਹੈ, ਉੱਥੇ ਮੇਰਾ ਘਰ ਹੈ। ਬੂੜਾ ਆਖੇ ਮੇਰੋ ਜਾਨੋ। ਮਹਾਰਾਜ ਜੀ ਮੇਰਾ ਨਾਮ ਹੈ ਬੂੜਾ। ਮੈਨੂੰ ਬੂੜਾ ਕਹਿ ਕੇ ਘਰ ਵਿੱਚ ਸੱਦਦੇ ਨੇ, ਬੁਲਾਉਂਦੇ ਨੇ। ਵਰਨ ਜਟੇਟਾ ਹਿਰਦੇ ਪਛਾਨੋ। ਮਹਾਰਾਜ ਜ਼ਿਮੀਂਦਾਰਾਂ ਦਾ ਇੱਕ ਗੋਤ ਹੈ ਰੰਧਾਵਾ। ਮੈਂ ਰੰਧਾਵਿਆਂ ਦੇ ਘਰੇ ਜਨਮਿਆ। ਪਿਤਾ ਮੇਰਾ ਭਾਈ ਸੁੱਘਾ ਰੰਧਾਵਾ ਹੈ। ਮਹਾਰਾਜ ਮਾਤਾ ਮੇਰੀ ਗੌਰਾਂ ਹੈ। ਇਹ ਉਹ ਬਾਲਕ ਹੈ ਜਿਹੜਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਪ੍ਰਾਪਤ ਕਰਕੇ ਗੁਰੂ ਘਰ ਦੇ ਵਿੱਚ ਸਿੱਖੀ ਦੀ ਅਬਦ ਆਧਾਰ ਬਣੇ। ਧੰਨ ਧੰਨ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ। ਇਹ ਉਹਨਾਂ ਦਾ ਜੀਵਨ ਮਹਾਕਵੀ ਜੀ ਇੱਥੇ ਵਰਣਨ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਨਾਲ ਜਿਵੇਂ ਇਹਨਾਂ ਦੀ ਪਹਿਲੀ ਪ੍ਰਥਮ ਮਿਲਣੀ ਹੋਈ ਹੈ। ਕਹਿਣ ਲੱਗੇ, ਮਹਾਰਾਜ ਬਰਨ ਜਟੇਟਾ ਹਿਰਦੇ ਪਛਾਨੋ। ਮੇਰਾ ਨਾਮ ਬੂੜਾ ਹੈ ਔਰ ਮੈਂ ਜੱਟਾਂ ਜ਼ਿਮੀਂਦਾਰਾਂ ਦੇ ਪਰਿਵਾਰਾਂ ਵਿੱਚ ਜਨਮਿਆ ਹਾਂ। ਮਾਤ ਪਿਤਾ ਕੀ ਆਇਸ ਪਾਈ। ਆਪਣੇ ਮਾਂ ਤੇ ਪਿਓ ਦੀ ਆਗਿਆ ਪ੍ਰਾਪਤ ਕਰਕੇ ਅਜਾ ਚਰਾਵਤ ਆਪਨ ਪਰਾਈ। ਇਹਦੇ ਵਿੱਚ ਕੁਝ ਬੱਕਰੀਆਂ ਮੇਰੀਆਂ ਨੇ, ਕੁਝ ਸਾਡੇ ਗੁਆਂਢੀਆਂ ਦੀਆਂ ਨੇ, ਕੁਝ ਸਾਡੀਆਂ ਘਰ ਦੀਆਂ ਬੱਕਰੀਆਂ ਨੇ, ਕੁਝ ਗੁਆਂਢੀਆਂ ਦੀਆਂ ਨੇ। ਉਹ ਮੈਂ ਚਰਾਉਣ ਵਾਸਤੇ ਇਸ ਪਾਸੇ ਆਇਆ ਹੋਇਆ। ਗੁਰੂ ਪੰਨਿਓ ਕਰੀਏ ਨਿਜ ਕਾਰੀ। ਮਹਾਰਾਜ ਜੀ ਕਹਿੰਦੇ, ਚੰਗਾ ਬੱਚੇ ਜਾਓ, ਜਾ ਕੇ ਤੁਸੀਂ ਆਪਣੀ ਕਿਰਤ ਕਰੋ ਜੋ ਕਰ ਰਹੇ ਹੋ। ਜਾਏ ਲਿਓ ਨਿਜ ਅਜਾ ਸੰਭਾਰੀ। ਜਾਓ ਬੂੜਾ ਜੀ, ਜਾ ਕੇ ਆਪਣੀਆਂ ਬੱਕਰੀਆਂ ਸੰਭਾਲੋ। ਜਿਹੜਾ ਕੰਮ ਕਰਨ ਆਇਓ ਜਾ ਕੇ ਕਰੋ। ਸਿਸ ਕਹੈ ਸੰਸਾ ਪਾ ਮਨ ਮਾਈ। ਅੱਗੋਂ ਭਾਈ ਬੂੜਾ ਜੀ ਬੋਲੇ,
ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਜੀ ਮੇਰੇ ਮਨ ਵਿੱਚ ਇੱਕ ਸੰਦੇਹ ਆਇਆ ਹੈ, ਮੇਰੇ ਮਨ ਵਿੱਚ ਇੱਕ ਸੰਸਾ ਆਇਆ, ਜੇ ਤੁਹਾਡੀ ਆਗਿਆ ਹੋਵੇ ਤੇ ਪੁੱਛ ਲਵਾਂ। ਪ੍ਰਥਮ ਬੁਲਾਇਓ ਆਪਣੇ ਪਾਈ। ਮਹਾਰਾਜ ਜੀ ਮੈਂ ਤਾਂ ਆਪਣਾ ਕੰਮ ਕਰ ਹੀ ਰਿਹਾ ਸੀ, ਮੈਂ ਤਾਂ ਬੱਕਰੀਆਂ ਚਾਰ ਹੀ ਰਿਹਾ ਸੀ, ਤੁਸੀਂ ਮੈਨੂੰ ਆਪਣੇ ਕੋਲ ਪਹਿਲਾਂ ਬੁਲਾਇਆ ਹੈ। ਬਹੁਰ ਨ ਕਾਰਜ ਕਛੂ ਬਤਾਇਓ। ਬੁਲਾ ਕੇ ਨਾ ਪੁੱਛ ਕੇ ਕਹਿੰਦੇ ਹੋ ਜਾਓ, ਕੋਈ ਕੰਮ ਤਾਂ ਦੱਸਿਆ ਨਹੀਂ ਤੁਸੀਂ ਮੈਨੂੰ, ਵੀ ਮੈਨੂੰ ਬੁਲਾਇਆ ਕਿਉਂ ਸੀ ਮਹਾਰਾਜ ਜੀ, ਤੁਸੀਂ ਸੱਦਿਆ ਕਿਉਂ ਸੀ। ਆਪ ਜੀ ਨੇ ਪਹਿਲਾਂ ਬੁਲਾਇਆ ਤੇ ਹੁਣ ਕਹਿੰਦੇ ਆ ਜਾਓ, ਨਾ ਪੁੱਛ ਕੇ ਵੀ ਕੋਈ ਕੰਮ ਤਾਂ ਤੁਸੀਂ ਮੈਨੂੰ ਦੱਸਿਆ ਨਹੀਂ। ਜਾਓ ਅਬੇ ਮੁਕਤੀ ਫੁਰਮਾਇਓ। ਮਹਾਰਾਜ ਜੀ ਕੀ ਕੱਲਾ ਮੈਨੂੰ ਨਾਮ ਪੁੱਛਣ ਨੂੰ ਹੀ ਸੱਦਿਆ ਸੀ, ਕੋਈ ਕੰਮ ਨਹੀਂ ਸੀ। ਮੇਰੇ ਮਨ 'ਚ ਸੰਦੇਹ ਹੈ ਵੀ ਤੁਸੀਂ ਮੈਨੂੰ ਬਿਨਾਂ ਕੋਈ ਕੰਮ ਜਾਣਿਆ ਜਾਂ ਦੱਸਿਆ ਵਾਪਸ ਭੇਜ ਰਹੇ ਹੋ। ਜੋਰਾਵਰ ਕੋ ਕਾਜ ਨ ਕੋਈ। ਜੇ ਤੁਹਾਨੂੰ ਮੇਰੇ ਨਾਲ ਕੋਈ ਕੰਮ ਹੀ ਨਹੀਂ ਸੀ, ਤੁਸੀਂ ਮੈਨੂੰ ਕੋਈ ਕੰਮ ਆਖਣਾ ਹੀ ਨਹੀਂ ਸੀ, ਕਿਉਂ ਹਕਾਰ ਨੇ ਆਇਸ ਹੋਈ। ਤੇ ਤੁਸੀਂ ਆਪਣਾ ਸੇਵਾਦਾਰ ਭੇਜ ਕੇ ਮੈਨੂੰ ਕਾਹਨੂੰ ਬੁਲਾਇਆ, ਮੈਨੂੰ ਕਾਹਨੂੰ ਸੱਦਿਆ। ਭਾਈ ਬੂੜਾ ਜੀ ਇਉਂ ਪੁੱਛਦੇ ਵੀ ਜੇ ਤੁਹਾਨੂੰ ਮੇਰੇ ਨਾਲ ਕੋਈ ਕੰਮ ਹੀ ਨਹੀਂ ਸੀ ਤੇ ਮੈਨੂੰ ਬੁਲਾਇਆ ਕਿਉਂ ਹੈ। ਸ਼੍ਰੀ ਗੁਰ ਕਹਿਓ ਜੋ ਨਿਕਟ ਹਕਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੋਂ ਬੋਲੇ, ਕਹਿੰਦੇ ਬਾਲਕ ਬੂੜਾ ਜੇ ਅਸੀਂ ਤੈਨੂੰ ਆਪਣੇ ਕੋਲ ਸੱਦ ਲਿਆ, ਤੈਨੂੰ ਬੁਲਾਇਆ ਹੈ, ਕੌਣ ਦੋਸ਼ ਇਸ ਬਿਖੈ ਨਿਹਾਰਾ। ਇਹ ਦੱਸ ਵੀ ਇਹਦੇ 'ਚ ਅਸੀਂ ਕਿਹੜਾ ਕੋਈ ਦੋਸ਼ ਕਰ ਲਿਆ, ਕੋਈ ਅਪਰਾਧ ਕਰ ਲਿਆ, ਜੇ ਸਾਧ ਹੀ ਲਿਆ, ਤੈਨੂੰ ਬੁਲਾ ਕੇ ਪੁੱਛ ਹੀ ਲਿਆ। ਮਹਾਰਾਜ ਜੀ ਕਹਿੰਦੇ ਦੱਸੋ ਬੂੜਿਆ, ਅਸੀਂ ਇਹੋ ਜਿਹਾ ਕਿਹੜਾ ਅਪਰਾਧ ਕਰ ਦਿੱਤਾ ਜੇ ਸੱਦਿਆ। ਮਿਲਨੇ ਬੋਲਨ ਆਪਨ ਪਰਾਈ। ਮਹਾਰਾਜ ਜੀ ਕਹਿੰਦੇ ਆ ਮਿਲਣਾ ਕੋਈ ਆਪਣਾ ਹੋਵੇ ਬਗਾਨਾ ਹੋਵੇ, ਉਹਨੂੰ ਬੁਲਾ ਕੇ ਮਿਲੀ ਗਲੀ ਦਾ ਗੱਲਬਾਤ ਕਰੀਦੀ ਹੈ, ਗੱਲਬਾਤ ਕੀਤਿਆਂ ਕੁਝ ਨਾ ਕੁਝ ਹਾਸਲ ਹੁੰਦਾ ਹੈ। ਬੁੱਧ ਸੁੱਧ ਸਗਰੀ ਪਰੈ ਲਖਾਈ। ਕਿਸੇ ਨਾਲ ਮਿਲੋ ਗਿਲੋਗੇ, ਗੱਲਬਾਤ ਕਰੋਗੇ ਤਾਂ ਪਤਾ ਲੱਗੇਗਾ ਵੀ ਫਲਾਣੇ ਦੀ ਬੁੱਧੀ ਕੀ ਕਹਿੰਦੀ ਹੈ, ਉਹਦੇ ਕਿੱਦਾਂ ਦੇ ਖਿਆਲਾਤ ਨੇ, ਉਹਦੀਆਂ ਕਿੱਦਾਂ ਦੀਆਂ ਵਿਚਾਰਾਂ ਨੇ। ਜੇ ਬੁਲਾ ਲਿਆ ਮਹਾਰਾਜ ਜੀ ਕਹਿੰਦੇ ਤੁਹਾਨੂੰ ਤੇ ਇਹਦੇ 'ਚ ਕਿਹੜਾ ਅਪਰਾਧ ਹੋ ਗਿਆ। ਸਤਿਗੁਰੂ ਜੀ ਅੱਗੋਂ ਇਉਂ ਜਵਾਬ ਦਿੰਦੇ ਹਨ, ਬੂੜਾ ਸੁਨਗਾ ਬੰਧਨ ਕਰਕੇ। ਭਾਈ ਬੂੜੇ ਨੇ ਹੱਥ ਜੋੜੇ ਤੇ ਕਹਿਣ ਲੱਗਾ, ਮਹਾਰਾਜ ਸਤ ਬਚਨ ਜੇ ਆਪ ਜੀ ਨੇ ਕੇਵਲ ਮੈਨੂੰ ਜਾਣਨੇ ਵਾਸਤੇ ਹੀ ਬੁਲਾਇਆ ਸੀ ਤੇ ਨਮਸਕਾਰ ਹੈ ਆਪ ਜੀ ਨੂੰ। ਭਾਈ ਬੂੜਾ ਜੀ ਗੁਰੂ ਸਾਹਿਬ ਨੂੰ ਵੰਦਨਾ ਕਰਕੇ ਵਾਪਸ ਚਲੇ ਗਏ। ਬਦਿਓ ਪ੍ਰੇਮ ਉਰ ਰਿਓ ਵਿਚਰ ਕੈ। ਜਦੋਂ ਵਾਪਸ ਗਏ ਤੇ ਅੰਦਰ ਜਿਵੇਂ ਕੋਈ ਜਾਗ ਨਹੀਂ ਲੱਗ ਜਾਂਦੀ, ਜਾਂ ਇਸ ਤਰ੍ਹਾਂ ਕਹਿ ਲੋ ਵੀ ਦੀਵਾ ਬਣਿਆ ਹੋਇਆ ਸੀ ਤੇ ਉੱਤੇ ਦੀਵੇ ਦੇ ਉੱਤੇ ਜੋਤ ਜਗ ਗਈ ਹੈ। ਜਦੋਂ ਵਾਪਸ ਪਰਤੇ ਤੇ ਮਨ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਖਿੱਚ ਜੀ ਪੈਣ ਲੱਗ ਗਈ ਭਾਈ ਬੂੜੇ ਨੂੰ, ਅੰਦਰੋਂ ਹੀ ਅੰਦਰ ਖਿੱਚ ਪਵੇ। ਬਾਲਕ ਨੇ ਛੋਟੀ ਉਮਰਾ ਹੈ, ਮਨ ਹੀ ਮਨ ਕਈ ਪ੍ਰਕਾਰ ਦੇ ਖਿਆਲ ਕਰਦੇ ਤੇ ਸੋਚਦੇ। ਸੰਧਿਆ ਲੋ ਨਿਸ ਅਜਾ ਚਰਾਈ। ਸ਼ਾਮ ਤੱਕ ਗੁਰੂ ਸਾਹਿਬ ਨੂੰ ਚਿਤ ਵਧੇਰੇ ਵੀ ਸਾਹਿਬ ਨੇ ਬੁਲਾਇਆ ਖਬਰੇ ਕਿਉਂ ਸੀ, ਕੋਈ ਬਚਨ ਵੀ ਨਹੀਂ ਕੀਤਾ। ਫਿਰ ਕਹਿੰਦੇ ਜਾਓ, ਜਾ ਕੇ ਤੁਸੀਂ ਆਪਣੀ ਕਿਰਤ ਕਰੋ ਜਿਹੜੀ ਕਰ ਰਹੇ ਸੀ। ਮਨ ਹੀ ਮਨ ਸੋਚੀ ਜਾਣ ਤੇ ਨਾਲੇ ਵਿਚਾਰੀ ਜਾਣ ਵੀ ਕੋਈ ਨਾ ਕੋਈ ਬਚਨ ਤਾਂ ਜ਼ਰੂਰ ਹੋਵੇਗਾ। ਪੂਰਬਲੇ ਜਨਮਾਂ ਦੇ ਕੋਈ ਕਰਮ ਚੰਗੇ ਜਿਹੜੇ ਫਲੀ ਭੂਤ ਹੋ ਰਹੇ ਨੇ, ਉਹ ਭਾਗ ਸਵੱਲੇ ਹੋ ਕੇ ਜਾਗ ਰਹੇ ਨੇ ਭਾਈ ਬੂੜੇ ਦੇ। ਖਾਲਸਾ ਜੀ ਪਾਣੀ ਨਦੀਆਂ ਵਿੱਚ ਵੀ ਹੈ, ਪਾਣੀ ਦਰਿਆਵਾਂ ਵਿੱਚ ਵੀ ਹੈ, ਪਾਣੀ ਤਲਾਬਾਂ ਸਰੋਵਰਾਂ ਛੱਪੜਾਂ ਵਿੱਚ ਵੀ ਭਰਿਆ। ਪਰ ਜੇ ਕਿਤੇ ਪਾਣੀ ਦੀ ਹੱਦ ਕਹਿਣੀ ਹੋਵੇ ਵੀ ਪਾਣੀ ਦੀ ਹੱਦ ਕਿੱਥੇ ਹੈ, ਤਾਂ ਪਾਣੀ ਦੀ ਹੱਦ ਸਮੁੰਦਰ ਹੈ। ਸਮੁੰਦਰ ਤੋਂ ਵੱਧ ਪਾਣੀ ਕਿਤੇ ਨਹੀਂ। ਪਹਾੜ ਬੜੇ ਨੇ, ਨਿੱਕੀਆਂ ਨਿੱਕੀਆਂ ਚੋਟੀਆਂ ਨੇ, ਬੜੇ ਬੜੇ ਵੱਡੇ ਪਹਾੜ ਨੇ। ਜੇ ਸਭ ਤੋਂ ਪਹਾੜਾਂ ਦੀ ਹੱਦ ਕਹਿਣਾ ਹੋਵੇ ਵੀ ਪਹਾੜਾਂ ਦੀ ਹੱਦ ਵੀ ਜਿਸ ਤੋਂ ਵੱਡਾ ਪਹਾੜ ਕੋਈ ਹੋਰ ਹੈ ਹੀ ਨਹੀਂ, ਤਾਂ ਫਿਰ ਕਹਿਣਾ ਪੈਂਦਾ ਵੀ ਉਹ ਸੁਮੇਰ ਪਰਬਤ ਹੈ। ਰੌਸ਼ਨੀ ਇਹਨਾਂ ਬਲਬਾਂ ਵਿੱਚ ਵੀ ਹੈ, ਦੀਵਿਆਂ ਵਿੱਚ ਵੀ ਹੈ, ਮੋਮਬੱਤੀਆਂ ਵਿੱਚ ਵੀ ਹੈ। ਪਰ ਜੇ ਪ੍ਰਕਾਸ਼ ਤਾਂ ਚੰਦਰਮਾ ਵਿੱਚ ਵੀ ਹੈ, ਤਾਰਿਆਂ ਵਿੱਚ ਵੀ ਹੈ। ਪਰ ਜੇ ਰੌਸ਼ਨੀ ਦੀ ਹੱਦ ਕਹਿਣਾ ਪਵੇ ਵੀ ਰੌਸ਼ਨੀ ਦੀ ਹੱਦ ਕੌਣ ਹੈ, ਤਾਂ ਰੌਸ਼ਨੀ ਦੀ ਹੱਦ ਸੂਰਜ ਹੈ।
ਸੂਰਜ ਤੋਂ ਵੱਧ ਕਿਸੇ 'ਚ ਰੌਸ਼ਨੀ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੇਅੰਤ ਗੁਰੂ ਕੇ ਸਿੱਖ ਨੇ, ਸਰਬ ਨੂੰ ਨਮਸਕਾਰ ਹੈ। ਪਰ ਜੇ ਸਿੱਖੀ ਦੀ ਹੱਦ ਕਹਿਣਾ ਪਵੇ ਤਾਂ ਸਿੱਖੀ ਦੀ ਹੱਦ ਕਹਿਣਾ ਪਵੇ ਤਾਂ ਇੱਕੋ ਇੱਕ ਮਹਾਨ ਗੁਰੂ ਕੇ ਸਿੱਖ ਨੇ, ਉਹ ਨੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ। ਸਤਿ ਸ੍ਰੀ ਅਕਾਲ। ਅੱਗੇ ਜਾ ਕੇ ਕਥਾ ਆਵੇਗੀ, ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਜਦੋਂ ਕਥਾ ਆਰੰਭ ਹੋਵੇਗੀ ਕਿ ਬਾਬਾ ਬੁੱਢਾ ਸਾਹਿਬ ਜੀ ਬਾਬਤ ਮਹਾਕਵੀ ਜੀ ਲਿਖਦੇ ਨੇ, ਗੁਰਸਿੱਖੀ ਕੀ ਅਬਦ ਆਧਾਰਾ। ਗੁਰਸਿੱਖੀ ਦੀ ਹੱਦ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ। ਮਨ ਹੀ ਮਨ ਸੋਚੀ ਜਾਂਦੇ ਨੇ, ਭਾਈ ਬੂੜਾ ਜੀ ਹਲੇ ਬਾਬਾ ਬੁੱਢਾ ਜੀ ਨਹੀਂ ਹੋਏ, ਹਾਲੇ ਕੱਲੇ ਭਾਈ ਬੂੜਾ ਹਨ, ਬਾਲਕ ਬੂੜਾ ਹੈ। ਸੋਚਦੇ ਨੇ ਖਬਰੇ ਕਿਉਂ ਬੁਲਾਇਆ ਸੀ। ਮਨ ਹੀ ਮਨ ਖਿੱਚ ਜੀ ਪਈ ਜਾਵੇ ਵੀ ਫਿਰ ਜਾਵਾਂ। ਸ਼ਾਮ ਤੱਕ ਭਾਈ ਬੂੜਾ ਜੀ ਬੱਕਰੀਆਂ ਚਾਰਦੇ ਰਹੇ। ਜਾਏ ਸਦਨ ਪੁਨ ਰੈਨ ਬਿਤਾਈ। ਸ਼ਾਮ ਨੂੰ ਘਰ ਗਏ, ਰਾਤ ਆਪਣੇ ਘਰ ਬਤੀਤ ਕੀਤੀ। ਸ਼੍ਰੀ ਅੰਗਦ ਸੁਨੀਏ ਕਹਿ ਬਾਲਾ। ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ। ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਕਿਰਪਾ ਕਰਕੇ ਸਰਵਣ ਕਰੋ। ਮੈਂ ਤਬ ਬੂਜਨ ਕਰੇ ਕਿਰਪਾਲਾ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਬੂੜੇ ਦਾ ਨਾਂ ਪੁੱਛ ਕੇ ਉਹਨੂੰ ਭੇਜ ਦਿੱਤਾ ਨਾ ਵੀ ਵਾਪਸ ਜਾਓ, ਭਾਈ ਬਾਲਾ ਜੀ ਕਹਿੰਦੇ ਮੈਂ ਉਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਇਹ ਬਾਲਕ ਜੋ ਨਿਕਟ ਬੁਲਾਵਾ। ਆਖਿਆ ਮਹਾਰਾਜ ਜੀ ਇਹ ਜਿਹੜਾ ਬੱਚਾ, ਇਹ ਬਾਲਕ ਜਿਹੜਾ ਤੁਸੀਂ ਆਪਣੇ ਕੋਲ ਬੁਲਾਇਆ, ਤੈਸੋਂ ਬਚਨ ਬਿਲਾਸ ਅਲਾਵਾ। ਔਰ ਇਸ ਬਾਲਕ ਨਾਲ ਤੁਸੀਂ ਕੁਝ ਬਚਨ ਬਿਲਾਸ ਕੀਤੇ ਹਨ। ਕੌਣ ਆਹੇ ਕਿਉਂ ਨਿਕਟ ਹਕਾਰਾ। ਭਾਈ ਬਾਲਾ ਜੀ ਪੁੱਛਦੇ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਜੀ ਇਹ ਬਾਲਕ ਕੌਣ ਸੀ, ਇਹਨੂੰ ਆਪ ਜੀ ਨੇ ਆਪਣੇ ਕੋਲ ਕਿਉਂ ਸੱਦਿਆ ਸੀ, ਕਿਉਂ ਬੁਲਾਇਆ ਸੀ। ਮੁਝੇ ਬਿਰਤਾਂਤ ਸੁਨਾਵੋ ਸਾਰਾ। ਆਪ ਜੀ ਕਿਰਪਾ ਕਰਕੇ ਇਸ ਬਾਲਕ ਦਾ ਸਾਰਾ ਬਿਰਤਾਂਤ ਮੈਨੂੰ ਸਰਵਣ ਕਰਵਾਓ। ਭੰਨਿਓ ਪ੍ਰਭੂ ਇਹੋ ਹੈ ਮਤਵੰਤਾ। ਮਹਾਰਾਜ ਜੀ ਨੇ ਸੁਣ ਕੇ ਭਾਈ ਬਾਲੇ ਦਾ ਸਵਾਲ ਜਵਾਬ ਦਿੱਤਾ। ਕਹਿੰਦੇ, ਭਾਈ ਬਾਲਾ ਜੀ ਇਹ ਬੜਾ ਮਤਵੰਤਾ ਸਿਆਣਾ ਗੁਰੂ ਕਾ ਲਾਲ ਹੈ। ਕਿਤਕ ਦਿਵਸ ਮੈਂ ਪੂਰਨ ਸੰਤਾ। ਕੁਝ ਦਿਨਾਂ ਤੱਕ ਇਹਨੇ ਪੂਰਨ ਸੰਤ ਹੋ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਕੁਝ ਦਿਨਾਂ ਤਾਈਂ ਇਸ ਬਾਲਕ ਨੇ ਪੂਰਨ ਸੰਤ ਹੋ ਜਾਣਾ। ਵੈ ਸਿੱਖੀ ਕੋ ਸਦਨ ਬਿਸਾਲਾ। ਗੁਰਸਿੱਖੀ ਦਾ ਘਰ ਹੋਵੇਗਾ। ਇਹਨੂੰ ਵੇਖ ਕੇ ਅਨੇਕਾਂ ਨੇ ਗੁਰੂ ਕੀ ਸਿੱਖੀ ਦੇ ਘਰ ਵਿੱਚ ਆਉਣਾ ਹੈ। ਇਹ ਗੁਰਸਿੱਖੀ ਦਾ ਘਰ ਹੋਵੇਗਾ। ਛੁਐ ਨ ਸਕੇ ਮਨ ਵਿਸ਼ੈ ਜੰਜਾਲਾ। ਸਾਰ ਦੇ ਵਿਸ਼ੇ ਤੇ ਜੰਜਾਲ ਇਹਨੂੰ ਛੂ ਵੀ ਨਹੀਂ ਸਕਣਗੇ, ਇਹਦੇ ਨੇੜੇ ਤਾਂ ਕੀ ਆਉਣਾ, ਉਹ ਸਪਰਸ਼ ਵੀ ਨਹੀਂ ਕਰ ਸਕਣਗੇ। ਜੀਵਨ ਮੁਕਤ ਅਵਸਥਾ ਪਾਵੇ। ਆਪਣੇ ਬਚ ਸੋ ਅਵਰ ਤਰਾਵੇ। ਇਹ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰਨਗੇ, ਆਪਣੇ ਬਚਨਾਂ ਨਾਲ ਅਨੇਕਾਂ ਨੂੰ ਤਾਰਨ ਦੇ ਸਮਰੱਥ ਹੋਣਗੇ। ਆਪਣੇ ਬਚਨਾਂ ਨਾਲ ਹੀ ਅਨੇਕਾਂ ਨੂੰ ਤਾਰਨ ਦੇ ਸਮਰੱਥ ਹੋਣਗੇ। ਮੈਂ ਬੋਲਿਓ ਜੇ ਹੋਏ ਹੈ ਐਸੋ। ਭਾਈ ਬਾਲਾ ਜੀ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤੇ ਸੁਣ ਕੇ ਕਹਿਣ ਲੱਗੇ, ਮਹਾਰਾਜ ਜੇ ਇਸ ਬਾਲਕ ਨੇ ਐਸੀ ਅਵਸਥਾ ਨੂੰ ਪ੍ਰਾਪਤ ਹੋਣਾ, ਕਿਉਂ ਸ਼ਸ਼ੰਕ ਪੁੱਛ ਕਾਰਜ ਕੈਸੋ। ਤੇ ਫਿਰ ਇਸ ਬੱਚੇ ਨੇ ਸ਼ੰਕਾਗ੍ਰਸਤ ਹੋ ਕੇ ਤੁਹਾਨੂੰ ਕਿਉਂ ਪੁੱਛਿਆ ਵੀ ਮੇਰੇ ਨਾਲ ਕੀ ਕੰਮ ਸੀ, ਕਿਉਂ ਬੁਲਾਇਆ। ਬੜੇ ਖਰਵੇ ਜੇ ਬੋਲ ਉਸ ਬੱਚੇ ਨੇ ਬੋਲੇ ਨੇ ਵੀ ਕੀ ਕੰਮ ਸੀ ਜੀ ਤੁਹਾਨੂੰ, ਜੇ ਮੇਰੇ ਨਾਲ ਕੰਮ ਹੀ ਨਹੀਂ ਸੀ ਤੇ ਬੁਲਾਇਆ ਕਿਉਂ ਸੀ ਮੈਨੂੰ। ਮਹਾਰਾਜ ਫਿਰ ਉਹਨੇ ਏਦਾਂ ਕਿਉਂ ਪੁੱਛਿਆ, ਤੁਹਾਨੂੰ ਜੇ ਇਤਨਾ ਮਤਵਾਨ ਸਿੱਖ ਹੋਵੇਗਾ, ਇਹ ਪੂਰਨ ਸੰਤ ਹੋਵੇਗਾ, ਜੀਵਨ ਮੁਕਤ ਹੋਵੇਗਾ, ਜਿਹਦੇ ਬਚਨਾਂ ਨਾਲ ਹੋਰ ਵੀ ਮੁਕਤ ਹੋਣਗੇ, ਤੇ ਫਿਰ ਇਹਨੇ ਏਦਾਂ ਆਪ ਜੀ ਨੂੰ ਕਿਉਂ ਪੁੱਛਿਆ। ਸੁਨ ਪੁਨ ਪਾਖਿਓ ਦਇਆ ਆਵਾਸਾ। ਦਇਆ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕੇ ਬਚਨ ਕਹੇ, ਅਬ ਲੋ ਪਇਓ ਨਾ ਹਿਰਦੇ ਪ੍ਰਕਾਸ਼ਾ। ਮਹਾਰਾਜ ਜੀ ਕਹਿੰਦੇ, ਭਾਈ ਬਾਲਾ ਜੀ ਹਾਲੇ ਤੱਕ ਇਹਦੇ ਅੰਦਰ ਪ੍ਰਕਾਸ਼ ਨਹੀਂ ਸੀ ਹੋਇਆ। ਹਾਲੇ ਤੱਕ
ਇਸ ਬਾਲਕ ਦੇ ਅੰਦਰ ਪ੍ਰਕਾਸ਼ ਨਹੀਂ ਹੋਇਆ। ਬਿਗਸੇ ਕਮਲ ਤਬੇ ਲਿਓ ਪੇਖੀ। ਜਦੋਂ ਇਹ ਫੁੱਲ ਖਿੜੇਗਾ ਨਾ ਬਾਲਿਆ, ਫਿਰ ਉਦੋਂ ਵੇਖੀ ਵੀ ਇਹਦਾ ਖਿੜਾਵ ਕਿਹੋ ਜਿਹਾ, ਇਹਦਾ ਖੇੜਾ ਕਿਹੋ ਜਿਹਾ ਹੈ। ਦਿਵ ਦ੍ਰਿਸ਼ਟ ਜੈ ਹੋਏ ਵਿਸ਼ੇਖੀ। ਇਹ ਦਿਵਿਆ ਦ੍ਰਿਸ਼ਟੀ ਵਾਲਾ ਮਹਾਨ ਗੁਰਮੁਖ ਬ੍ਰਹਮ ਗਿਆਨੀ ਸਿੱਖ ਹੋਵੇਗਾ। ਕਬਲੋ ਇਸ ਮੈਂ ਹੋਏ ਪ੍ਰਕਾਸ਼ਾ। ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਉਹ ਪ੍ਰਕਾਸ਼ ਇਹਦੇ ਅੰਦਰ ਕਦੋਂ ਤੱਕ ਹੋਵੇਗਾ ਜਿਹਦੀ ਗੱਲ ਆਪ ਜੀ ਕਰ ਰਹੇ ਹੋ? ਕਦੋਂ ਤੱਕ ਮਹਾਰਾਜ ਜੀ ਐਸੀ ਅਵਸਥਾ ਨੂੰ ਇਹ ਪ੍ਰਾਪਤ ਹੋਵੇਗਾ? ਮੋਹਿ ਬਤਾਏ ਦਿਓ ਸੁਖ ਰਾਸਾ। ਇਹ ਸੁੱਖਾਂ ਦੇ ਦਾਤੇ ਸਤਿਗੁਰੂ ਜੀ, ਆਪ ਜੀ ਕਿਰਪਾ ਕਰਕੇ ਮੈਨੂੰ ਤਾਂ ਦੱਸ ਦਿਓ ਇਹਦੇ ਬਾਰੇ ਵੀ ਇਹਦੇ ਅੰਦਰ ਕਦੋਂ ਹੋਵੇਗਾ ਉਹ ਪ੍ਰਕਾਸ਼। ਗੁਰ ਕਹੈ ਇਤੀ ਹੁਤੀ ਅਬ ਤੇਰਾ। ਮਹਾਰਾਜ ਜੀ ਕਹਿੰਦੇ ਹੋਣਾ ਕਦੋਂ ਸੀ? ਹੋ ਗਿਆ ਭਾਈ ਬਾਲਿਆ, ਬਸ ਇੰਨੀ ਕੀ ਦੇਰੀ ਸੀ ਵੀ ਸਾਡੇ ਨਾਲ ਮਿਲਣਾ ਹੀ ਸੀ। ਅਸੀਂ ਉਹਨੂੰ ਪੁੱਛਣਾ ਹੀ ਸੀ ਤੇਰਾ ਨਾਂ ਕੀ ਹੈ, ਤੇ ਉਹਨੇ ਜਾਣਾ ਹੀ ਸੀ। ਬਸ ਇੰਨਾ ਕੀ ਮੇਲਾ ਹੋਣਾ ਸੀ ਤੇ ਗੱਲ ਬਣ ਜਾਣੀ ਸੀ। ਮਹਾਰਾਜ ਕਹਿੰਦੇ ਬਸ ਸਾਡੇ ਨਾਲ ਮਿਲਣ ਤੱਕ ਦੀ ਦੇਰੀ ਸੀ। ਇੱਥੇ ਇੱਕ ਗੱਲ ਸਪਸ਼ਟ ਹੈ, ਸਾਧਨਾ ਕਿੱਡੀ ਵੱਡੀ ਪ੍ਰਬਲ ਹੋਵੇ, ਗੁਰੂ ਨੂੰ ਮਿਲੇ ਬਿਨਾਂ ਆਤਮਾ ਦੇ ਗਿਆਨ ਦੀ ਸੋਝੀ ਨਹੀਂ ਹੁੰਦੀ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਬਿਨਾਂ ਗੱਲ ਨਹੀਂ ਸੀ ਬਣਨੀ। ਮਹਾਰਾਜ ਕਹਿੰਦੇ ਬਸ ਇੰਨੀ ਕੀ ਦੇਰੀ ਸੀ, ਸਾਡੇ ਨਾਲ ਮਿਲਣ ਤੱਕ ਦਾ ਸਮਾਂ ਸੀ। ਬੋਲਨ ਮਿਲਨ ਦਰਸ ਕੋ ਹੀਰਾ। ਸਾਡੇ ਨਾਲ ਮਿਲਣਾ, ਬੋਲਣਾ ਤੇ ਦਰਸ਼ਨ ਕਰਨਾ ਹੀ ਬਾਕੀ ਸੀ। ਭਲਕ ਬਿਲੋ ਕੇ ਕਸਵੇਂ ਠਾਠਾ। ਮਹਾਰਾਜ ਕਹਿੰਦੇ ਬਾਲਿਆ ਇਹ ਜਿਹੜਾ ਬੱਚਾ ਗਿਆ ਇਹਨੇ ਸਵੇਰੇ ਫੇਰ ਆਉਣਾ ਸਾਡੇ ਕੋਲ। ਜਦੋਂ ਸਵੇਰੇ ਆਵੇਗਾ ਉਦੋਂ ਵੇਖੀ ਇਹਦਾ ਠਾਠ ਕੁਝ ਹੋਰ ਹੀ ਹੋਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਅੱਜ ਜੋ ਤੈਨੂੰ ਦਿਸ ਰਿਹਾ ਨਾ, ਕੱਲ ਇਹਦੇ ਤੋਂ ਹੋਰ ਹੀ ਠਾਠ ਨਜ਼ਰ ਆਵੇਗਾ। ਕੱਲ ਸਵੇਰੇ ਵੇਖੀ ਖੋਲੇ ਮੋਹ ਕੇ ਬਿਕਟ ਕਪਾਟਾ। ਇਹਦੇ ਮੋਹ ਦੇ ਬਿਕਟ ਕਪਾਟ ਖੁੱਲ ਗਏ ਨੇ ਸਾਨੂੰ ਮਿਲਦਿਆਂ ਸਾਰ। ਮੋਹ ਦੇ ਪਰਦੇ ਬੱਜਰ ਕਪਾਟ ਖੁੱਲ ਗਏ ਨੇ। ਬੋਰੋ ਪੋਰ ਜਬੇ ਹੋਏ ਆਈ। ਪਾਤਸ਼ਾਹ ਨੇ ਇੱਧਰ ਇਹ ਬਚਨ ਕਹੇ, ਉਧਰ ਰਾਤ ਭਾਈ ਬੂੜੇ ਨੇ ਘਰ ਬਤੀਤ ਕੀਤੀ ਤੇ ਸਵੇਰ ਹੋਈ। ਮਾਖਨ ਬਾਸਨ ਲੀਨ ਉਚਾਈ। ਘਰ ਵਿੱਚ ਇੱਕ ਕੁੱਜਾ ਸੀ ਮੱਖਣ ਦਾ ਭਰਿਆ ਹੋਇਆ। ਇਸ ਬਾਲਕ ਬੂੜੇ ਨੇ ਕੀ ਕੀਤਾ ਵੀ ਉਹ ਜਿਹੜਾ ਮੱਖਣ ਦਾ ਕੁੱਜਾ ਸੀ ਭਰਿਆ ਹੋਇਆ ਚੁੱਕ ਲਿਆ। ਮਾਤ ਪਿਤਾ ਤੇ ਕਰ ਕੈ ਚੋਰੀ। ਹਾਂਡੀ ਸੀ ਉਹ ਲੈ ਕੇ, ਮਾਂ ਪਿਓ ਨੂੰ ਨਹੀਂ ਦੱਸਿਆ ਵੀ ਉਹਨਾਂ ਨੇ ਕਹਿਣਾ ਕਿੱਥੇ ਲੈ ਚੱਲਿਆ ਮੱਖਣ ਦਾ ਇਹ ਭਰਿਆ ਚਾਟੀ ਜਿਹੜੀ ਆ ਕਿੱਥੇ ਲੈ ਚੱਲਿਆ। ਉਹਨਾਂ ਨੇ ਕਈ ਸਵਾਲ ਕਰਨੇ ਸੀ, ਪੁੱਛਣੇ ਸੀ। ਉਹਨਾਂ ਨੂੰ ਬਿਨਾਂ ਦੱਸਿਆ ਉਹਨਾਂ ਦੇ ਸੁੱਤੇ ਪਿਆਂ ਹੀ ਬਾਲਕ ਬੂੜੇ ਨੇ ਉਹ ਮੱਖਣ ਦੀ ਭਰੀ ਚਾਟੀ ਚੁੱਕੀ ਤੇ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਟੁਰ ਪਏ। ਸਟ ਕੇ ਉਹ ਘਰ ਤੇ ਪ੍ਰਭ ਜਿਸ ਠੌਰੀ। ਸਟ ਕੇ ਉਹਦਾ ਮਤਲਬ ਨਿਕਲੇ ਘਰੋਂ ਜਿੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਨ। ਤੂਰਨ ਬੂੜਾ ਪੁਰ ਕਰਤਾਰਾ। ਕਹਿੰਦੇ ਚਲਦਿਆਂ ਤੂਰਨ ਬੜੀ ਛੇਤੀ ਨਾਲੇ ਬਾਲਕ ਬੂੜਾ ਸ੍ਰੀ ਕਰਤਾਰਪੁਰ ਸਾਹਿਬ ਆ ਪਹੁੰਚਿਆ। ਆਏ ਬਿਲੋ ਕੇ ਮੁਖ ਉਦਾਰਾ। ਆਣ ਕੇ ਮੁਕਤੀ ਦਾਤੇ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਦੀਨ ਦੁਨੀਆ ਦੇ ਸੁਆਮੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ। ਮਾਖਨ ਬਾਸਨ ਅਗਰਜ ਧਰ ਕੇ। ਮੱਖਣ ਵਾਲੀ ਉਹ ਜਿਹੜੀ ਹਾਂਡੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਚਰਨਾਂ ਵਿੱਚ ਰੱਖੀ। ਬੈਠਿਓ ਨਿਕਟ ਬੰਦਨਾ ਕਰਕੇ। ਮਹਾਰਾਜ ਜੀ ਨੂੰ ਬੰਦਨਾ ਕਰਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਗਏ। ਮੁਸਕਾਨੇ ਪ੍ਰਭ ਬਚਨੀ ਅਲਾਇਓ। ਮੁਸਕਰਾ ਕੇ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਾਲਕ ਨੂੰ ਵੇਖ ਕੇ ਪੁੱਛਣ ਲੱਗੇ, ਮਾਖਨ ਬਾਸਨ ਕਹਤੇ ਲਿਆਇਓ। ਮਹਾਰਾਜ ਕਹਿੰਦੇ ਬੂੜਿਆ, ਨਾ ਬੂੜਾ ਸੀ ਨਾ ਹਾਲੇ ਬਾਬਾ ਬੁੱਢਾ ਨਹੀਂ ਹੋਇਆ। ਮਹਾਰਾਜ ਜੀ ਕਹਿੰਦੇ ਬੂੜਿਆ ਇਹ ਮੱਖਣ ਦੀ ਹਾਂਡੀ ਕਿੱਥੋਂ ਲੈ ਕੇ ਆਇਆ? ਸੁਨੋ ਤਪਾ ਜੀ ਰਾਵਰ ਹੀਤਾ। ਕਹਿਣ ਲੱਗਾ ਹੇ ਤਪਾ ਜੀ
ਇਹ ਮੱਖਣ ਦੀ ਹਾਂਡੀ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ। ਕ੍ਰਿਤਿਆਨਿਓ ਮੈਂ ਆਪਨ ਨਿਕੇਤਾ, ਪੂਰੇ ਮੈਂ ਆਪਣੇ ਘਰੋਂ ਲੈ ਕੇ ਆਇਆ ਹਾਂ। ਦਰਸ ਸੰਤ ਗੁਰ ਛੂਛ ਨ ਜਾਣਾ, ਕਿਉਂਕਿ ਮੈਨੂੰ ਇਹ ਸੋਝੀ ਹੈ, ਇਹ ਸੋਝੀ ਮਿਲੀ ਹੈ ਕਿ ਕਿਸੇ ਮਹਾਤਮਾ ਦੇ, ਗੁਰੂ ਦੇ, ਸੰਤ ਦੇ ਦਰਸ਼ਨਾਂ ਨੂੰ ਜਾਈਏ ਤੇ ਰਿਕਤ ਪਾਨ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਮਹਾਰਾਜ ਕਿਸੇ ਮਹਾਤਮਾ ਪਾਸ ਜਾਈਏ, ਕਿਸੇ ਸੰਤ ਪਾਸ ਜਾਈਏ ਤੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਅਸ ਵਿਚਾਰ ਉਰ ਵਿਖੇ ਉਠਾਨਾ, ਇਹ ਵਿਚਾਰ ਮੈਂ ਆਪਣੇ ਹਿਰਦੇ ਵਿੱਚ ਕਰਕੇ, ਪੋ ਬਾਲਿਕ ਹੈ ਲਗੁਤਨ ਤੇਰਾ, ਇਹ ਹਾਂਡੀ ਮੱਖਣ ਦੀ ਭਰੀ ਮੈਂ ਆਪ ਜੀ ਦੇ ਚਰਨਾਂ 'ਚ ਲੈ ਕੇ ਆਇਆ। ਆਪ ਜੀ ਪ੍ਰਵਾਨ ਕਰੋ। ਜਦੋਂ ਸਤਿਗੁਰੂ ਜੀ ਨੇ ਬਾਲਕ ਬੂੜੇ ਦੀ ਇਹ ਗੱਲ ਸੁਣੀ, ਸੁਣ ਕੇ ਮਹਾਰਾਜ ਜੀ ਅੱਗੋਂ ਬੋਲੇ, ਕਹਿਣ ਲੱਗੇ, ਹੇ ਬਾਲਕ ਬੂੜਾ, ਤੇਰੀ ਉਮਰ ਤਾਂ ਬਾਲਕਾਂ ਵਾਲੀ ਛੋਟੀ ਐ। ਨਿਸ਼ਚੈ ਕਰ ਕੋ ਕਰ ਨਿਜ ਹੀਰਾ, ਤੂੰ ਨਿਸ਼ਚੇ ਕਰਕੇ ਆਪਣੇ ਘਰ ਨੂੰ ਵੇਖਿਆ ਹੈ। ਜਿਸ ਮੈਂ ਫਸ ਕੇ ਨਿਕਸਨ ਭਾਰੀ, ਕਹਿੰਦੇ ਜਿਸ ਘਰ ਦੇ ਵਿੱਚ ਫਸ ਕੇ ਮੁੜ ਕੇ ਨਿਕਸਣਾ ਔਖਾ ਹੁੰਦਾ ਹੈ। ਜਾਲ ਮੀਨ ਕੀ ਰੀਤ ਵਿਚਾਰੀ, ਜਿਵੇਂ ਕੋਈ ਮੱਛੀ ਨਹੀਂ ਫਸ ਜਾਂਦੀ ਹੈ, ਜਾਲ ਵਿੱਚ ਨਿਕਲਣਾ ਔਖਾ ਹੁੰਦਾ ਹੈ, ਤਿਉਂ ਜਿਹੜੇ ਘਰ ਦੇ ਜੰਜਾਲਾਂ 'ਚ ਫਸ ਜਾਂਦੇ ਆ ਬੂੜਿਆ, ਉਹਨਾਂ ਦਾ ਨਿਕਲਣਾ ਔਖਾ ਹੁੰਦਾ ਹੈ। ਸਿਸ ਕਹਿ ਮਾਤ ਪਿਤਾ ਘਰ ਜੋ, ਇਹ ਬਾਲਕ ਅੱਗੋਂ ਬੋਲਿਆ, ਕਹਿਣ ਲੱਗਾ, ਜੀ ਜਿਹੜੇ ਮਾਂ ਬਾਪ ਨੇ ਘਰ ਵਿੱਚ, ਮੈਂ ਪਹਿਚਾਨਿਓ ਆਪਣੋ ਸੋ, ਮੈਂ ਉਹਨਾਂ ਨੂੰ ਆਪਣਾ ਪਹਿਚਾਣਿਆ ਵੀ ਉਹ ਮੇਰੇ ਆਪਣੇ ਹਨ। ਤੈਂ ਤੇ ਮਾਖਨ ਬਾਸਨ ਲੀਨੋ, ਉਥੋਂ ਮੈਂ ਇਹ ਮੱਖਣ ਦਾ ਭਾਂਡਾ ਭਰਿਆ ਹੋਇਆ ਲਿਆ, ਆਨ ਉਪਾਇਨ ਤੁਮਰੀ ਕੀਨੋ, ਔਰ ਲਿਆ ਕੇ ਤੁਹਾਡੇ ਚਰਨਾਂ 'ਚ ਭੇਟ ਕੀਤਾ। ਭੋਰ ਉਠਤ ਪੀ ਚੌਂਪ ਨਵੀਨੀ, ਸਵੇਰੇ ਉੱਠਦਿਆਂ ਮੇਰੇ ਮਨ 'ਚ ਇੱਕਦਮ ਚਾਅ ਜਾਗਿਆ ਸੀ। ਆਵਨ ਲਗੇ ਨਾ ਸੁਧ ਕਿਸ ਦੀਨੀ, ਤੇ ਤੁਹਾਡੇ ਕੋਲ ਆਉਂਦਿਆਂ ਮੈਂ ਉਹਨਾਂ ਨੂੰ ਖਬਰ ਨਹੀਂ ਦੇ ਕੇ ਆਇਆ, ਮਾਂ ਪਿਓ ਨੂੰ ਦੱਸ ਕੇ ਨਹੀਂ ਆਇਆ, ਉਹਨਾਂ ਨੂੰ ਬਿਨਾਂ ਦੱਸਿਆਂ ਆਇਆ ਹਾਂ। ਦੋਹਰਾ ਭੋ ਬਾਲਿਕ ਪਿਤ ਮਾਤ ਤੇ ਆਨਿਓ ਕ੍ਰਿਤ ਚੁਰਾਏ। ਮਹਾਰਾਜ ਜੀ ਕਹਿੰਦੇ, ਹੇ ਬਾਲਕ, ਇਹਦਾ ਮਤਲਬ ਵੀ ਜੇ ਤੂੰ ਘਰ ਦੱਸ ਕੇ ਨਹੀਂ ਆਇਆ, ਫਿਰ ਇਹ ਜਿਹੜਾ ਘਿਓ ਵਾਲਾ ਭਾਂਡਾ ਹੈ ਵੀ ਬਿਨਾਂ ਦੱਸਿਆਂ ਲਿਆਂਦਾ, ਫਿਰ ਇਹ ਤਾਂ ਚੋਰੀ ਹੋ ਗਈ। ਇਹ ਤਾਂ ਫਿਰ ਤੂੰ ਉਹਨਾਂ ਤੋਂ ਚੁਰਾ ਕੇ ਲੈ ਕੇ ਆਇਆ ਹੈ। ਬੋਹਰੋ ਜੇ ਕਰ ਜਾਵਈ ਮਾਰੇ ਤੋਏ ਰਸਾਏ। ਬਾਲਕ, ਜੇ ਹੁਣ ਤੂੰ ਘਰ ਵਾਪਸ ਪਰਤੇਗਾ ਤੇ ਉਹ ਗੁੱਸੇ ਵਿੱਚ ਆਉਣਗੇ ਤੇਰੇ ਪਿਤਾ ਜੀ, ਤੇਰੇ ਮਾਤਾ ਜੀ, ਉਹ ਤੈਨੂੰ ਮਾਰਨਗੇ ਗੁੱਸੇ ਵਿੱਚ ਆ ਕੇ ਵੀ ਤੂੰ ਸਾਨੂੰ ਦੱਸੇ ਬਿਨਾਂ ਕਿੱਥੇ ਗਿਆ ਸੀ, ਘਿਓ ਕਿਉਂ ਲੈ ਕੇ ਗਿਆ ਘਰੋਂ, ਮੱਖਣ ਦੀ ਵੱਡੀ ਚਾਟੀ ਭਰ ਕੇ ਤੂੰ ਸਾਰੀ ਲੈ, ਕਈ ਦਿਨਾਂ ਦਾ ਮਾਂ ਤੇਰੀ ਨੇ ਇਕੱਠਾ ਕੀਤਾ ਹੋਣਾ, ਤੂੰ ਇਹ ਸਿੱਧਾ ਸਾਡੇ ਕੋਲ ਲੈ ਆਇਆ, ਉਹ ਤਾਂ ਤੈਨੂੰ ਗੁੱਸੇ ਹੋਣਗੇ। ਜੋ ਪਈ ਇਹ ਮਾਖਨ ਅਮਲੇਵੇ ਨਾਈ। ਮਹਾਰਾਜ ਜੀ ਕਹਿੰਦੇ, ਬਾਲਕ, ਇਹ ਮੱਖਣ ਅਸੀਂ ਨਹੀਂ ਲੈਣਾ ਤੇਰਾ, ਤੂੰ ਘਰ ਮਾਂ ਪਿਓ ਨੂੰ ਦੱਸ ਕੇ ਨਹੀਂ ਲੈ ਕੇ ਆਇਆ, ਇਹ ਨਹੀਂ ਅਸੀਂ ਲੈਣਾ। ਗਮਨਿਓ ਲੈ ਆਪਣੇ ਘਰ ਮਾਈ, ਜਾ ਇਹ ਮੱਖਣ ਵਾਪਸ ਆਪਣੇ ਘਰ ਲੈ ਜਾ। ਪਹੁੰਚਿਓ ਹਮਕੋ ਤੈਂ ਜੋ ਲਿਆਏ। ਮਹਾਰਾਜ ਕਹਿੰਦੇ, ਬੇਟਾ ਜੋ ਤੂੰ ਲਿਆਇਆ ਸਾਡੇ ਕੋਲ ਪਹੁੰਚ ਗਿਆ, ਸਮਝ ਲੈ ਸਾਡੇ ਕੋਲ ਹਾਜ਼ਰ ਹੋ ਗਿਆ, ਅਸੀਂ ਇਹ ਪ੍ਰਵਾਨ ਕਰ ਲਿਆ। ਵੈ ਪ੍ਰਸੰਨ ਦੇਖਿਓ ਉਰ ਪਾਏ। ਅਸੀਂ ਪ੍ਰਸੰਨ ਹੋਏ ਆ ਤੇਰੇ ਮਨ ਦਾ ਪ੍ਰੇਮ ਵੇਖ ਕੇ, ਤੇਰੇ ਮਨ ਦੀ ਭਾਵਨਾ ਵੇਖ ਕੇ। ਸੁਣ ਕੇ ਬੂੜਾ ਰੋਵਨ ਲਾਗਾ। ਸੁਣ ਕੇ ਬਾਲਕ ਸੀ ਨਾ, ਹਲੇ ਛੋਟੀ ਉਮਰ ਸੀ, ਕਹਿੰਦੇ ਬਾਲਕ ਬੂੜਾ ਰੋਣ ਲੱਗ ਪਿਆ, ਇਹਦੇ ਨੇਤਰ ਭਰ ਆਏ। ਪ੍ਰੇਮ ਬਿਰਹਿ ਉਰ ਅੰਤਰ ਜਾਗਾ। ਹਿਰਦੇ 'ਚ ਪ੍ਰੇਮ ਵੀ ਜਾਗ ਪਿਆ ਤੇ ਪ੍ਰੇਮ ਦੇ ਵਿੱਚ ਬਿਰਹਾ ਦੀ ਪੀੜਾ ਵੀ ਜਾਗ ਉੱਠੀ ਹੈ। ਪ੍ਰੇਮ ਹੋਵੇਗਾ ਤੇ ਬਿਰਹਾ ਜਾਗੇਗਾ। ਕਹਿੰਦੇ ਇੱਕਦਮ ਹੀ ਇਸ ਬਾਲਕ ਬੂੜੇ ਦੇ ਅੰਦਰ ਪ੍ਰੇਮ ਔਰ ਬਿਰਹਾ ਦੋਵੇਂ ਹੀ ਜਾਗ ਪਏ। ਮਾਰੇ ਮਾਤ ਪਿਤਾ ਮੁਝ ਕਬਈ। ਕਹਿਣ ਲੱਗੇ, ਮਹਾਰਾਜ ਜੀ
ਮਾਂ ਪਿਓ ਤਾਂ ਮੈਨੂੰ ਉਦੋਂ ਮਾਰਨਗੇ ਤੁਮ ਮਾਰਤ ਹੋ ਮੋਕੋ ਅਬਈ। ਜਦੋਂ ਮੈਂ ਘਰ ਜਾਵਾਂਗਾ ਉਦੋਂ ਮਾਰਨਗੇ, ਪਰ ਮਹਾਰਾਜ ਤੁਸੀਂ ਤਾਂ ਮੈਨੂੰ ਹੁਣੇ ਹੀ ਜਿਉਂਦਿਆਂ ਮਾਰ ਦੇਣ ਲੱਗੇ ਹੋ। ਤੁਸੀਂ ਮੈਨੂੰ ਹੁਣੇ ਹੀ ਜਿਉਂਦਿਆਂ ਮਾਰ ਦੇਣ ਲੱਗੇ ਹੋ। ਸ਼੍ਰੀ ਗੁਰ ਪਨੇ ਕੁਵਾਕ ਨ ਕਹਿਓ। ਮਹਾਰਾਜ ਜੀ ਕਹਿੰਦੇ ਬੇਟਾ ਅਸੀਂ ਤਾਂ ਤੈਨੂੰ ਕੋਈ ਮਾੜਾ ਬੋਲ ਨਹੀਂ ਬੋਲਿਆ, ਅਸੀਂ ਤਾਂ ਤੈਨੂੰ ਕੋਈ ਕਠੋਰ ਸ਼ਬਦ ਨਹੀਂ ਕਿਹਾ। ਹਮਨੇ ਤੋਰ ਭਲਾ ਹੀ ਚਾਹਿਓ। ਅਸੀਂ ਤਾਂ ਤੇਰਾ ਭਲਾ ਹੀ ਚਾਹਿਆ ਵੀ ਤੇਰੇ ਮਾਂ ਪਿਓ ਗੁੱਸੇ ਹੋਣਗੇ, ਮੱਖਣ ਘਰ ਲੈ ਜਾ, ਉਹ ਤੈਨੂੰ ਮਾਰਨਗੇ। ਅਸੀਂ ਤਾਂ ਤੇਰਾ ਭਲਾ ਹੀ ਕਿਹਾ ਹੈ। ਕੌਣ ਮਾਰ ਕੀਨੀ ਤੁਜ ਤਾਈ। ਅਸੀਂ ਭਲਾ ਕਿਹੜੀ ਮਾਰ ਮਾਰ ਦਿੱਤੀ ਹੈ ਤੈਨੂੰ? ਮਹਾਰਾਜ ਜੀ ਕਹਿੰਦੇ ਅਸੀਂ ਕੀ ਮਾਰ ਮਾਰੀ ਹੈ ਤੈਨੂੰ? ਕਿਵੇਂ ਮਾਰਿਆ ਅਸੀਂ ਤੈਨੂੰ ਦੱਸ। ਜਾਂ ਤੇ ਰੁਦਨ ਕਰੇ ਬਿਲ ਲਾਈ। ਜਿਹਦੇ ਕਰਕੇ ਤੂੰ ਰੋਣ ਲੱਗ ਪਿਆ, ਅੱਖਾਂ ਭਰ ਆਇਆ ਹੈ। ਸੁਨੋ ਪ੍ਰਭੂ ਜਸ ਮਾਰਿਓ ਮੋਈ। ਸੁਣ ਕੇ ਬਾਲਕ ਬੂੜਾ ਬੋਲਿਆ, ਕਹਿਣ ਲੱਗੇ ਸਾਹਿਬ ਜੀ ਸੁਣੋ ਜਿਵੇਂ ਆਪ ਜੀ ਨੇ ਮੈਨੂੰ ਮਾਰਿਆ। ਇਸ ਤੇ ਵੱਡੀ ਮਾਰ ਨ ਹੋਈ। ਇਹਦੇ ਤੋਂ ਵੱਡੀ ਮਾਰ ਕਿਹੜੀ ਹੋ ਸਕਦੀ ਆ ਹੋਰ ਮਹਾਰਾਜ, ਜਿਹੜੀ ਤੁਸਾਂ ਨੇ ਮਾਰੀ ਹੈ। ਬਾਰਿਓ ਦੀਪਕ ਦਿਪਤ ਪਰ। ਕੱਲ ਦਇਆ ਕਰਕੇ ਦੀਵਾ ਜਗਾ ਦਿੱਤਾ ਸੀ ਤੁਸੀਂ ਅੰਦਰ, ਗਰੀਬ ਨਵਾਜ। ਕੱਲ ਤੁਸੀਂ ਸੱਦ ਕੇ ਬਸ ਜਦੋਂ ਪੁੱਛਿਆ ਹੀ ਸੀ ਨਾ ਕੀ, ਉਦੋਂ ਹੀ ਦੀਵਾ ਜਗਾ ਦਿੱਤਾ ਸੀ। ਤੇ ਜਿਹੜਾ ਦੀਵਾ ਤੁਸਾਂ ਨੇ ਅੰਦਰ ਜਗਾਇਆ ਪੁਨ ਬੁਝਾਏ ਕਹਿ ਕਰੋ ਨਿਰਾਸਾ। ਤੇ ਹੁਣ ਉਹਨੂੰ ਬੁਝਾ ਕੇ ਮੈਨੂੰ ਨਿਰਾਸ਼ ਕਰਨ ਲੱਗੇ ਹੋ। ਦੱਸੋ ਇਹਦੇ ਤੋਂ ਵੱਡੀ ਮਾਰ ਕਿਹੜੀ ਹੋ ਸਕਦੀ ਹੈ? ਵੀ ਮੇਰੇ ਵੱਲੋਂ ਸਭ ਤੋਂ ਪਹਿਲੀ ਆਈ ਪ੍ਰਥਮ ਭੇਟ ਆਈ, ਤੁਸੀਂ ਪ੍ਰਵਾਨ ਨਹੀਂ ਪੇ ਕਰਦੇ, ਕਹਿੰਦੇ ਘਰ ਲੈ ਜਾ। ਤੇ ਮਹਾਰਾਜ ਫਿਰ ਇਹਦੇ ਤੋਂ ਵੱਡੀ ਮਾਰ ਹੋਰ ਕਿਹੜੀ ਹੋ ਸਕਦੀ ਹੈ? ਦੀਵਾ ਜਗਾਇਆ ਤੇ ਜਗਾ ਕੇ ਹਾਲੇ ਉਹਨੇ ਪ੍ਰਚੰਡ ਹੋਣਾ ਹੀ ਸੀ, ਤਾਂ ਉਹਨੂੰ ਪਹਿਲਾਂ ਹੀ ਬੁਝਾਉਣ ਵਾਸਤੇ ਤਿਆਰੀ ਕਰ ਲਈ ਹੈ। ਤੁਮੇ ਉਚਿਤ ਅਧਿਕਾਏ ਜਰਾਵੋ। ਮਹਾਰਾਜ ਜੀ ਤੁਹਾਨੂੰ ਤਾਂ ਚਾਹੀਦਾ ਜਿਹੜੀ ਲੋਕ ਕੱਲ ਮਾੜੀ ਜੀ ਲਾਈ ਸੀ ਉਹਨੂੰ ਹੋਰ ਜਗਾਓ, ਉਹ ਹੋਰ ਪ੍ਰਚੰਡ ਹੋਵੇ, ਉਹਦਾ ਹੋਰ ਪ੍ਰਕਾਸ਼ ਹੋਵੇ। ਪਾਏ ਸਨੇ ਗੁਨੇ ਉਕਸਾਵੋ। ਉਹਦੇ ਚ ਗੁਣਾ ਦਾ ਸਨੇ ਤੇਲ ਪਾ ਕੇ, ਗੁਣਾ ਦਾ ਤੇਲ ਪਾ ਕੇ ਉਹਨੂੰ ਹੋਰ ਜਗਾਓ। ਤਮ ਕੋ ਟਾਰ ਵਸਤ ਦਿਖਰਾਵੋ। ਮੇਰੇ ਅੰਦਰ ਦਾ ਗਿਆਨਤਾ ਦਾ ਹਨੇਰਾ ਦੂਰ ਕਰਕੇ ਮੇਰੇ ਅੰਦਰ ਟਿਕੀ ਜਿਹੜੀ ਵਸਤ ਹੈ ਆਤਮ ਵਸਤ, ਉਸ ਆਤਮ ਵਸਤ ਨੂੰ ਆਪ ਜੀ ਕਿਰਪਾ ਕਰਕੇ ਵਿਖਾ ਦਿਓ। ਪੂਰ ਆਸ ਅਸ ਕਸ਼ਟ ਮਿਟਾਵੋ। ਮੇਰੀ ਆਸ ਪੂਰਨ ਕਰੋ ਗਰੀਬ ਨਵਾਜ, ਮੇਰਾ ਕਸ਼ਟ ਨਿਵਾਰ ਦਿਓ ਸਾਹਿਬ ਦਇਆਨਿਧ ਸੁਆਮੀ ਜੀ। ਸੋਰਠਾ ਮੁਸਕਾਨੇ ਗੁਨ ਖਾਨ। ਬਾਣੀ ਤੈ ਸੋ ਪੁਨ ਪਨੀ। ਸੁਣ ਕੇ ਬਾਲਕ ਬੂੜੇ ਦੀਆਂ ਇਹ ਬਾਤਾਂ ਜਗਤ ਗੁਰੂ ਨਾਨਕ ਸਾਹਿਬ ਮੁਸਕਰਾਏ ਤੇ ਮੁਸਕਰਾ ਕੇ ਮੇਰੇ ਸਾਹਿਬ ਦਇਆਨਿਧ ਸੁਆਮੀ ਜੀ ਬੋਲੇ, ਬੂਢੇ ਬੜੇ ਸਮਾਨ ਬਾਤੇਂ ਤੂੰ ਮੁਖ ਤੇ ਕਹੇ। ਮਹਾਰਾਜ ਜੀ ਕਹਿੰਦੇ ਹੈ ਤਾਂ ਉਮਰ ਵਾਲੀ ਬੱਚਿਆਂ ਵਾਲੀ, ਪਰ ਗੱਲਾਂ ਤੂੰ ਵੱਡਿਆਂ ਬੁੱਢਿਆਂ ਵਾਲੀਆਂ ਕਰਦਾ ਹੈ। ਬਾਲਕ ਤੁਮਰੀ ਬੈਸ ਦਸਾਵਤ, ਬੁੱਢੇ ਸਮ ਮੁਖ ਵਾਕ ਅਲਾਵਤ। ਕਿਰਪਾ ਭਾਏ ਤਤਕਾਲ ਹੀ, ਪ੍ਰਾਪਤ ਭਾ ਬ੍ਰਹਮ ਗਿਆਨ। ਅੱਗੇ ਜਾ ਕੇ ਬਚਨ ਹੋਣਗੇ। ਮਹਾਰਾਜ ਜੀ ਕਹਿੰਦੇ ਉਮਰ ਤਾਂ ਤੇਰੀ ਬਾਲਕਾਂ ਵਾਲੀ ਹੈ, ਪਰ ਤੂੰ ਗੱਲਾਂ ਵੱਡਿਆਂ ਬੁੱਢਿਆਂ ਵਾਲੀਆਂ ਕਰਦਾ, ਤੂੰ ਤਾਂ ਬੁੱਢਾ ਹੈ। ਤਬਈ ਤੇ ਇਹ ਨਾਮ ਭਾਈ ਬੁੱਢਾ ਕਹਤੇ। ਕਹਿੰਦੇ ਉਸ ਦਿਨ ਤੋਂ ਬਾਅਦ ਇਹ ਬੂੜਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਭਾਈ ਬੁੱਢਾ ਜੀ ਹੋ ਗਏ। ਭਾਈ ਬੁੱਢਾ ਸਾਹਿਬ ਜੀ ਸੰਸਾਰ ਵਿੱਚ ਪ੍ਰਗਟ ਹੋ ਗਏ। ਬਾਬਾ ਬੁੱਢਾ ਸਾਹਿਬ, ਭਾਈ ਬੁੱਢਾ ਸਾਹਿਬ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕਰਨਾ ਸੀ ਸ੍ਰੀ ਹਰਿਮੰਦਰ ਸਾਹਿਬ, ਤਾਂ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ ਕਹੇ ਸਨ। ਆਖਿਆ ਬਾਬਾ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਨੈ ਸਭ ਪੰਥ। ਅਦਬ ਸਹਿਤ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼, ਬੁੱਢਾ ਮੁਖ ਬੋਲਾ।
ਉਸ ਦਿਨ ਬਾਬਾ ਬੁੱਢਾ ਸਾਹਿਬ ਭਾਈ ਪਦਵੀ ਨੂੰ ਪ੍ਰਾਪਤ ਹੋ ਕੇ ਭਾਈ ਬੁੱਢਾ ਸਾਹਿਬ ਹੋਏ। ਮਹਾਰਾਜ ਜੀ ਨੇ ਆਖਿਆ ਵੀ ਬੁੱਢਾ, ਕਹਿੰਦੇ ਉਸੇ ਦਿਨ ਤੋਂ ਗੁਰੂ ਘਰ ਵਿੱਚ ਇਹਨਾਂ ਦਾ ਨਾਮ ਭਾਈ ਬੁੱਢਾ, ਬਾਬਾ ਬੁੱਢਾ ਕਹਿ ਕੇ ਪ੍ਰਸਿੱਧ ਹੋਇਆ। ਸ਼ਰਨ ਗਇਓ ਸੁਖ ਧਾਮ, ਕਰੁਣਾ ਕੀਨੀ ਜਗਤ ਗੁਰ। ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰ ਲਈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਕਿਰਪਾ, ਮਹਾਨ ਦਇਆ ਬਾਬਾ ਬੁੱਢਾ ਸਾਹਿਬ ਜੀ ਤੇ ਕੀਤੀ। ਜੋ ਪਈ ਹੇ ਸਿਸ ਕਰ ਕੈ ਪਾਉਨ ਪਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਹੈ ਬਾਲਕ, ਤੁਸੀਂ ਆਪਣੇ ਮਨ ਚ ਭਾਵਨੀ ਧਾਰਨ ਕਰਕੇ ਬੰਧਨ ਕਰ ਕਰਤਾਰ ਅਗਾਰੀ। ਕਰਤਾਰ ਦੇ ਅੱਗੇ ਬੰਦਨਾ ਕਰੋ। ਮਹਾਰਾਜ ਜੀ ਨੇ ਆਖਿਆ, ਹੈ ਬਾਲਕ ਬੂੜੇ, ਭਾਈ ਬੁੱਢੇ, ਏਦਾਂ ਕਰੋ, ਮਨ ਚ ਭਾਵਨਾ ਕਰਕੇ ਕਰਤਾਰ ਦੇ ਅੱਗੇ ਬੰਦਨਾ ਕਰੋ। ਪੂਰਨ ਹੋਵੇ ਉਰ ਕੀ ਆਸਾ। ਜਦੋਂ ਕਰਤਾਰ ਨੂੰ ਬੰਦਨਾ ਕਰੋਗੇ ਤੁਹਾਡੇ ਮਨ ਦੀ ਆਸ ਪੂਰਨ ਹੋਵੇਗੀ। ਪ੍ਰਾਪਤ ਪਲੋ ਗਿਆਨ ਸੁਖ ਰਾਸਾ। ਸੁੱਖਾਂ ਦੀ ਦਾਤ ਦੇਣ ਵਾਲਾ ਪਰਮ ਗਿਆਨ, ਬ੍ਰਹਮ ਗਿਆਨ ਤੁਹਾਨੂੰ ਆਪਣੇ ਅੰਦਰੋਂ ਪ੍ਰਾਪਤ ਹੋ ਆਵੇਗਾ। ਸੁਨ ਕੈ ਦ્વੈ ਕਰ ਜੋਰਨ ਕੀਨੇ। ਇਹ ਸੁਣ ਕੇ ਭਾਈ ਬੁੱਢਾ ਸਾਹਿਬ ਜੀ ਨੇ ਆਪਣੇ ਦੋਵੇਂ ਹੱਥ ਜੋੜੇ। ਬੰਦੇ ਪੰਕਜ ਪਾਏ ਪ੍ਰਬੀਨੇ। ਆਖਿਆ, ਹੈ ਗੁਰੂ ਨਾਨਕ ਸਾਹਿਬ, ਮੇਰੇ ਕਰਤਾਰ ਤੁਸੀਂ ਹੋ, ਮੈਂ ਤੁਹਾਨੂੰ ਬੰਦਨਾ ਕਰਦਾ, ਮੇਰੀ ਬੰਦਨਾ ਪ੍ਰਵਾਨ ਕਰੋ। ਇਹ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਚਰਨ ਕਮਲਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ। ਭਇਓ ਗਿਆਨ ਤੈ ਛਿਨ ਸੁਖ ਰਾਸੀ। ਤਿਸ ਛਿਨ ਉਸੇ ਵੇਲੇ ਹੀ ਆਤਮਾ ਦਾ ਗਿਆਨ ਇਉਂ ਅੰਦਰ ਪ੍ਰਗਟ ਹੋ ਗਿਆ। ਹਸਤਾ ਮਲਕ ਜਿਵੇਂ ਹੱਥ ਦੀ ਤਲੀ ਦੇ ਧਰਿਆ ਔਲਾ ਸਾਹਮਣੇ ਦਿਸਦਾ, ਇਉਂ ਅੰਦਰ ਆਤਮ ਗਿਆਨ ਸਾਖਸ਼ਾਤਕਾਰ ਹੋ ਗਿਆ। ਸਗਰੀ ਉਰਤੇ ਦ્વੈਤ ਬਿਨਾਸ਼ੀ। ਜਿਤਨੀ ਦ્વੈਸ਼ ਸੀ ਹਿਰਦੇ ਵਿੱਚੋਂ ਸਮਾਪਤ ਹੋ ਗਈ। ਅਦਵੈਤ ਵਿੱਚ ਸੁਰਤ ਜਾ ਟਿਕੀ ਬਾਬਾ ਬੁੱਢਾ ਸਾਹਿਬ ਜੀ ਦੀ। ਕਿਰਪਾ ਨਿਦਾਨ ਬਹੁਰ ਬਚ ਕਏ। ਕਿਰਪਾ ਨਿਧਾਨ ਸਤਿਗੁਰੂ ਜੀ ਫਿਰ ਬੋਲੇ। ਸਵਾ ਜਾਮ ਜਾਮਨ ਜਬ ਰਹੇ। ਮਹਾਰਾਜ ਜੀ ਨੇ ਆਖਿਆ, ਹੈ ਬਾਲਕ, ਹੈ ਬਾਬਾ ਬੁੱਢਾ ਸਾਹਿਬ, ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਨਿਤ ਉਠ ਤਬਈ ਕਰੋ ਇਸ਼ਨਾਨਾ। ਨਿਤ ਉੱਠ ਕੇ ਇਸ਼ਨਾਨ ਕਰਨਾ ਹੈ। ਸਿਮਰੋ ਨਾਮ ਮਾਨ ਮਨ ਪਾਨਾ। ਔਰ ਪਰਮੇਸ਼ਰ ਦਾ ਨਾਮ ਸਿਮਰਨਾ ਔਰ ਆਪਣੇ ਮਨ ਚ ਪਰਮੇਸ਼ਰ ਦੀ ਰਜਾ ਨੂੰ, ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਹੱਥ ਜੋੜ ਸਿਸ ਬਚਨ ਬਖਾਨਾ। ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜਿਹੜੇ ਹਾਲੇ ਬਾਲ ਰੂਪ ਵਿੱਚ ਹੀ ਨੇ, ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ, ਅਬ ਲੋ ਰਾਖਿਓ ਉਚਿਤ ਇਸ਼ਨਾਨਾ। ਕਹਿਣ ਲੱਗੇ, ਮਹਾਰਾਜ ਹਾਲੇ ਇਸ਼ਨਾਨ ਪਾਣੀ ਕਰਨ ਦੀ, ਨਹਾਣ ਧੋਣ ਦੀ ਮੈਨੂੰ ਲੋੜ ਰਹਿ ਗਈ ਹੈ ਬਾਕੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਜੀ ਕਹਿੰਦੇ, ਹਾਲੇ ਮਹਾਰਾਜ ਜੀ ਇਹ ਕਸਰ ਬਾਕੀ ਰਹਿ ਗਈ ਹੈ। ਕਿਰਪਾ ਤਾਂ ਹੋ ਗਈ ਆਪ ਜੀ ਦੀ, ਬ੍ਰਹਮ ਦਾ ਸਾਖਸ਼ਾਤਕਾਰ ਆਪ ਜੀ ਨੇ ਕਰਾ ਦਿੱਤਾ ਹੈ। ਹੁਣ ਉਸ ਤੋਂ ਬਾਅਦ ਇਹ ਕਰਮ ਕਾਂਡਾਂ ਦੀ ਕੀ ਲੋੜ ਰਹਿ ਜਾਂਦੀ ਹੈ? ਉਸ ਤੋਂ ਬਾਅਦ ਤਾਂ ਹੁਣ ਇਹ ਲੋੜ ਹੀ ਨਾ ਰਹੀ। ਹਾਲੇ ਵੀ ਮਹਾਰਾਜ ਜੀ ਮੈਨੂੰ ਸਵੇਰੇ ਉੱਠ ਕੇ ਇਸ਼ਨਾਨ ਦੀ ਲੋੜ। ਉਹ ਕਹਿੰਦੇ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮ ਹੈ ਨਾਸ। ਫਲ ਕਾਰਨ ਫੂਲੀ ਬਨਰਾਏ। ਕਹਿੰਦੇ ਜਦੋਂ ਫੁੱਲ ਲੱਗਦਾ ਤੇ ਫਲ ਵਾਸਤੇ ਲੱਗਦਾ ਨਾ, ਤੇ ਜਦੋਂ ਫੁੱਲ ਫਲ ਬਣ ਜਾਂਦਾ ਤੇ ਫੁੱਲ ਤਾਂ ਸਮਾਪਤ ਹੋ ਜਾਂਦੇ ਆ। ਬ੍ਰਹਮ ਗਿਆਨ ਪ੍ਰਾਪਤ ਕਰਨ ਲਈ ਕਰਨਾ ਪੈਂਦਾ ਨਿਤਨੇਮ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਨਾ। ਜਦੋਂ ਹੋ ਗਿਆ ਪ੍ਰਾਪਤ ਫਿਰ ਤਾਂ ਇਹਨਾਂ ਦੀ ਲੋੜ ਹੀ ਨਾ ਰਹੀ। ਮਹਾਰਾਜ ਜੀ ਹਾਲੇ ਵੀ ਮੈਨੂੰ ਇਸ਼ਨਾਨ ਕਰਨ ਨੂੰ ਕਹਿੰਦੇ ਹੋ ਵੀ ਸਵਾ ਪੈਰ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਸਿਮਰਨ ਕਰਨਾ। ਮਹਾਰਾਜ ਹਾਲੇ ਦੀ ਕਸਰ ਬਾਕੀ ਹੈ। ਏਦਾਂ ਬਾਬਾ ਬੁੱਢਾ ਜੀ ਪੁੱਛਦੇ, ਮੈਂ ਮਲ ਨਾਸ਼ ਕਰੀ ਇੱਕ ਬਾਰਾ। ਮਹਾਰਾਜ ਇੱਕੋ ਵੇਰੀ ਮੇਰੀ ਮੈਲ ਤੁਸੀਂ ਧੋ ਦਿੱਤੀ ਹੈ। ਰਾਵਰ ਦਰਸ਼ਨ ਪਰ ਬਲਿਹਾਰਾ। ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਜਾਂਦਾ ਹਾਂ
ਕਿ ਆਪ ਜੀ ਦੇ ਦਰਸ਼ਨਾਂ ਨਾਲ ਹੀ ਇਹ ਸਾਰੀ ਕਲਾ ਵਰਤ ਗਈ ਹੈ। ਬੌਰ ਨ ਕਬ ਲਾਗੇ ਮਲ ਲੇਸ਼ਾ। ਹੁਣ ਮੁੜ ਕੇ ਮੈਨੂੰ ਕਿਸੇ ਪ੍ਰਕਾਰ ਦੀ ਮੈਲ ਦਾ ਲੇਸ਼ ਲੱਗਣਾ ਹੀ ਨਹੀਂ। ਜਨਮ ਮਰਨ ਕੇ ਮਿਟੇ ਕਲੇਸ਼ਾ। ਮੇਰੇ ਜਨਮ ਤੇ ਮਰਨ ਦੇ ਕਲੇਸ਼ ਮਿਟ ਗਏ ਹਨ ਸਾਹਿਬ ਜੀ। ਪਾਇਓ ਨਿਰਮਲ ਸਹਿਜ ਸਰੂਪਾ। ਸਹਿਜੇ ਹੀ ਆਪਣੇ ਨਿਰਮਲ ਸਹਿਜ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ। ਜੈ ਜਾਣਤ ਪਾ ਆਨੰਦ ਅਨੂਪਾ। ਜਿਸ ਨੂੰ ਜਾਣ ਕੇ ਮੈਂ ਪਰਮ ਆਨੰਦ ਨੂੰ ਪ੍ਰਾਪਤ ਹੋ ਆਇਆ ਹਾਂ। ਗੁਰੂ ਪਨਿਓ ਤੋਏ ਮਨੁਜ ਅਨੇਕਾ। ਮਹਾਰਾਜ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਤੁਹਾਨੂੰ ਨਹੀਂ ਜੇ ਲੋੜ, ਤੁਸੀਂ ਪਹੁੰਚ ਗਏ ਹੋ ਜਿੱਥੇ ਪਹੁੰਚਣਾ ਸੀ, ਪਰ ਤੁਹਾਨੂੰ ਵੇਖ ਕੇ ਕਈਆਂ ਨੇ ਉਦਾਂ ਕਰਨਾ ਜੋ ਤੁਸੀਂ ਕਰੋਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਬ੍ਰਹਮ ਗਿਆਨੀ ਨੂੰ ਨਾ ਤਾਂ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਹੈ, ਸਤਿਗੁਰਾਂ ਨੂੰ ਕੋਈ ਅੰਮ੍ਰਿਤ ਵੇਲੇ ਉੱਠਣ ਦੀ ਨਹੀਂ ਲੋੜ, ਆਪ ਵੀ ਉੱਠਦੇ ਆ ਪਾਤਸ਼ਾਹ। ਨਾ ਉਹਨੂੰ ਨਿਤਨੇਮ ਦੀ ਲੋੜ ਹੈ, ਨਾ ਉਹਨੂੰ, ਕਿਉਂਕਿ ਉਹ ਤਾਂ ਪਹੁੰਚ ਗਿਆ ਜਿੱਥੇ ਪਹੁੰਚਣਾ ਸੀ। ਉਹ ਫਿਰ ਵੀ ਨਿਤਨੇਮ ਕਰਦੇ ਆ, ਫਿਰ ਵੀ ਅੰਮ੍ਰਿਤ ਵੇਲਾ ਸੰਭਾਲਦੇ ਆ, ਫਿਰ ਵੀ ਭਲੇ ਕਰਮਾਂ 'ਚ ਪ੍ਰਵਿਰਤ ਹੁੰਦੇ। ਕਿਉਂ? ਕਿਉਂਕਿ ਉਹਨਾਂ ਨੂੰ ਵੇਖ ਕੇ ਹੋਰ ਕਈਆਂ ਨੇ ਉਦਾਂ ਕਰਨਾ ਹੈ। ਉਹ ਲੋਕਾਂ ਲਈ ਪ੍ਰੇਰਨਾ ਸਰੋਤ ਹੁੰਦੇ ਆ। ਉਹਨਾਂ ਨੂੰ ਲੋੜ ਨਹੀਂ ਰਹੀ, ਪਰ ਲੋਕਾਂ ਵਾਸਤੇ, ਸੰਸਾਰ ਦੇ ਪ੍ਰਾਣੀਆਂ ਵਾਸਤੇ ਉਹ ਕਰਦੇ ਆ। ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ ਤੁਹਾਨੂੰ ਨਹੀਂ ਲੋੜ, ਪਰ ਤੁਹਾਨੂੰ ਵੇਖ ਕੇ ਹੋਰ ਅਨੇਕਾਂ ਨੇ ਐਸਾ ਕਰਨਾ ਹੈ। ਮਿਲ ਹੈ ਪਾਵਨ ਹੀਤ ਬਬੇਕਾ। ਤੁਹਾਨੂੰ ਜਦੋਂ ਆ ਕੇ ਮਿਲਣਗੇ ਬਹੁਤ ਸਤਸੰਗੀ, ਉਹ ਵਿਵੇਕ ਦਾਨ ਪ੍ਰਾਪਤ ਕਰਨ ਲਈ ਜਦੋਂ ਮਿਲਣਗੇ, ਤੁਝ ਕੋ ਦੇਖ ਆਚਾਰ ਕਰੰਤਾ। ਉਹ ਤੁਹਾਨੂੰ ਵੇਖ ਕੇ ਆਚਰਣ ਬਣਾਉਣਗੇ। ਜੇ ਤੁਸੀਂ ਉੱਠੋਗੇ ਉਹ ਕਹਿਣਗੇ ਬਾਬਾ ਜੀ ਅੰਮ੍ਰਿਤ ਵੇਲੇ ਉੱਠਦੇ, ਅਸੀਂ ਵੀ ਉੱਠੀਏ। ਤੁਸੀਂ ਸਿਮਰਨ ਕਰੋਗੇ, ਤੁਹਾਨੂੰ ਵੇਖ ਕੇ ਕਹਿਣਗੇ ਬਾਬਾ ਜੀ ਸਿਮਰਨ ਕਰਦੇ ਆ, ਬਾਬਾ ਬੁੱਢਾ ਜੀ ਅਸੀਂ ਵੀ ਕਰੀਏ। ਮਹਾਰਾਜ ਜੀ ਕਹਿੰਦੇ ਤੁਹਾਨੂੰ ਮਿਲ ਕੇ ਉਹਨਾਂ ਨੇ ਤੁਹਾਡੇ ਆਚਰਣ ਵਰਗਾ ਆਪਣਾ ਆਚਰਣ ਬਣਾਉਣਾ ਹੈ। ਤਿਨ ਰੁਚ ਜਾਗੇ ਹੋਵੇ ਸੰਤਾ। ਔਰ ਉਹਨਾਂ ਅੰਦਰ ਵੀ ਰੁਚੀ ਜਾਗੇਗੀ, ਤੇ ਜਿੱਥੇ ਤੁਸੀਂ ਟਿਕੇ ਹੋ ਉਹ ਵੀ ਉੱਥੇ ਜਾ ਟਿਕਣਗੇ। ਉਸ ਅਵਸਥਾ ਨੂੰ ਉਹ ਵੀ ਜਾ ਪ੍ਰਾਪਤ ਹੋਣਗੇ। ਇਸ ਬਿਦ ਹੋਏ ਕਿਰਤਾਰਥ ਸੋ। ਏਦਾਂ ਤੁਹਾਡੀ ਸੰਗਤ ਕਰਨ ਵਾਲੇ ਵੀ ਬਹੁਤੇ ਪ੍ਰਾਣੀ ਕਿਰਤਾਰਥ ਹੋਣਗੇ। ਬੈਠ ਰਿਓ ਕਰ ਗਿਓ ਨਾ ਸੋ। ਕਹਿੰਦੇ ਬਾਬਾ ਜੀ ਉੱਥੇ ਹੀ ਬੈਠ ਗਏ, ਸਤਿਗੁਰਾਂ ਦੇ ਚਰਨਾਂ 'ਚ ਘਰ ਨਹੀਂ ਗਏ। ਖੋਜਿਤ ਮਾਤ ਪਿਤਾ ਤਿਸ ਕੇਰੇ। ਉਹਨਾਂ ਦੇ ਮਾਤਾ ਪਿਤਾ ਜੀ ਲੱਭਦੇ ਵੀ ਸਾਡਾ ਬੱਚਾ ਕਿੱਧਰ ਗਿਆ, ਉਹ ਲੱਭਦਿਆਂ ਲੱਭਦਿਆਂ ਪਹੁੰਚ ਗਏ। ਚੱਲ ਆਏ ਸ਼੍ਰੀ ਨਾਨਕ ਡੇਰੇ। ਕਰਤਾਰਪੁਰ ਸਾਹਿਬ ਆ ਗਏ। ਦੇਖਿਓ ਨਿਜ ਬਾਲਕ ਕੋ ਜਬਈ। ਵੇਖਿਆ ਆ ਕੇ ਆਪਣਾ ਬਾਲਕ ਸਤਿਗੁਰਾਂ ਦੇ ਚਰਨਾਂ 'ਚ ਬੈਠਾ। ਗੁਰ ਬੈਨਨ ਤੇ ਭਾ ਬ੍ਰਿਧ ਤਬਈ। ਕਹਿੰਦੇ ਗੁਰੂ ਬਚਨਾਂ ਨਾਲ ਹੀ ਉਸੇ ਵੇਲੇ ਬਿਰਧ ਰੂਪ ਹੀ ਹੋ ਗਏ। ਕਹਿੰਦੇ ਉਹਨਾਂ ਨੂੰ ਮਾਂ ਪਿਓ ਨੂੰ ਬਿਰਧ ਰੂਪ ਹੀ ਨਜ਼ਰ ਆਏ। ਇਸ ਪ੍ਰਕਾਰ ਸੋ ਦੇਖ ਸਿਧਾਰੇ। ਉਹਨਾਂ ਵੇਖਿਆ ਵੀ ਇਹ ਹੁਣ ਸਾਡੇ ਕਿਹੜੇ ਕੰਮ ਦਾ ਰਹਿ ਗਿਆ। ਉਹ ਨਮਸਕਾਰ ਕਰਕੇ ਉੱਥੋਂ ਮਾਤਾ ਪਿਤਾ ਜੀ ਚਲੇ ਗਏ। ਰਿਓ ਸੋ ਬੂੜਾ ਸ਼੍ਰੀ ਪ੍ਰਭ ਦੁਆਰੇ। ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਰਹਿ ਗਏ। ਗੁਰੂ ਨਾਨਕ ਸਾਹਿਬ ਦੀ ਸੇਵਾ ਟਹਿਲ ਵਿੱਚ ਰਹਿ ਗਏ। ਪਦ ਪੰਕਜ ਸੇਵੇਂ ਤਰ ਪਾਉ। ਬੜੇ ਪ੍ਰੇਮ ਨਾਲ ਕਰਤਾਰਪੁਰ ਸਾਹਿਬ ਗੁਰੂ ਚਰਨਾਂ 'ਚ ਰਹਿ ਕੇ ਬਾਬਾ ਬੁੱਢਾ ਜੀ ਚਰਨ ਕਮਲ ਸੇਵਦੇ ਸਤਿਗੁਰਾਂ ਦੇ। ਮਹਾਰਾਜ ਜੀ ਦੀ ਟਹਿਲ ਕਮਾਉਂਦੇ ਹਨ। ਵਿਖੇ ਬਾਸ਼ਨਾ ਫੁਰਤ ਨਕਾਉ। ਕਿਸੇ ਪ੍ਰਕਾਰ ਦੀ ਵਿਸ਼ੇ ਵਿਕਾਰ ਦੀ ਕਾਮਨਾ ਹਿਰਦੇ 'ਚ ਨਹੀਂ ਫੁਰਦੀ ਬਾਬਾ ਬੁੱਢਾ ਸਾਹਿਬ ਜੀ ਦੇ। ਕਿਸੇ ਪ੍ਰਕਾਰ ਦਾ ਫੁਰਨਾ ਨਹੀਂ ਫੁਰਦਾ, ਸੰਨ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਮਨ ਥਿਤ ਕਰ ਸਤ ਸੰਗ ਸਮਾਵਾ। ਮਨ ਨੂੰ ਥਿਤ ਕਰਕੇ ਸਤ ਸੰਗਤ ਵਿੱਚ ਸਮਾ ਜਾਂਦੇ ਬਾਬਾ ਬੁੱਢਾ ਸਾਹਿਬ ਜੀ। ਜਦੋਂ ਸਤਿਗੁਰਾਂ ਦੀ ਸੰਗਤ ਕਥਾ ਹੁੰਦੀ, ਕੀਰਤਨ ਹੁੰਦਾ, ਜਾ ਕੇ ਮਨ ਇਕਾਗਰ ਕਰਕੇ ਬੈਠਦੇ, ਵਿੱਚ ਹੀ ਸਮਾ ਜਾਂਦੇ ਹਨ। ਪੁਨ ਜਬ ਕੇਤਕ ਸਮਾਂ ਬਿਤਾਵਾ। ਇਸੇ ਤਰ੍ਹਾਂ ਜਦੋਂ ਕੁਝ ਸਮਾਂ ਬਤੀਤ ਹੋਇਆ, ਸੁਨੀਏ ਸ਼੍ਰੀ ਅੰਗਦ ਇਤਿਹਾਸਾ। ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ। ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਇਸੇ ਤਰ੍ਹਾਂ ਜਦੋਂ ਕੁਝ ਸਮਾਂ ਸਤਿਗੁਰਾਂ ਨੇ ਹੋਰ ਬਤੀਤ ਕੀਤਾ, ਮੈਂ ਇੱਕ ਦਿਵਸ ਸੁਲੱਖਣੀ ਪਾਸਾ। ਕਹਿੰਦੇ ਇੱਕ ਦਿਨ ਦੀ ਗੱਲ ਹੈ। ਭਾਈ ਬਾਲਾ ਜੀ ਕਹਿੰਦੇ ਮੈਂ ਮਾਤਾ ਸੁਲੱਖਣੀ ਜੀ ਦੇ ਪਾਸ ਗਿਆ। ਮਾਤਾ ਜੀ ਬੈਠੇ ਸਨ।
ਤੇ ਮੈਂ ਜਾ ਕੇ ਜਗਤ ਮਾਤਾ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਸਹਿਜ ਸੁਭਾਏ ਸੋ ਬੈਠਿਓ ਜਾਈ। ਸੁਭਾਵਕ ਮਾਤਾ ਜੀ ਦੇ ਕੋਲ ਮੈਂ ਬਹਿ ਗਿਆ ਤੇ ਕਹਿੰਦੇ ਜਦੋਂ ਸੁਭਾਵਕ ਮਾਤਾ ਸੁਲੱਖਣੀ ਜੀ ਦੇ ਪਾਸ ਜਾ ਕੇ ਬੈਠਾ, ਇਸ ਬਿਦ ਮੁਝ ਕੋ ਗਿਰਾ ਅਲਾਈ। ਮਾਤਾ ਜੀ ਨੇ ਭਾਈ ਬਾਲਾ ਜੀ ਨੂੰ ਇਸ ਤਰ੍ਹਾਂ ਇਹ ਬਚਨ ਕਹੇ, ਦੋਹਰਾ ਟਿਕਨ ਦਿਓ ਅਬ ਤਪੇ ਕੋ, ਵਿਚਰਨ ਕੀਨ ਵਿਸ਼ਾਲ। ਮਾਤਾ ਜੀ ਜਿਵੇਂ ਸੁਭਾਵਕ ਹੀ ਕਹਿਣ ਲੱਗੇ, ਬਾਲਾ ਜੀ ਤੁਸੀਂ ਨਾਲ ਰਹਿੰਦੇ ਹੋ ਤੇ ਸਤਿਗੁਰੂ ਜੀ ਕਿਤੇ ਨਾ ਕਿਤੇ ਯਾਤਰਾ ਤੇ ਟੁਰੇ ਹੀ ਰਹਿੰਦੇ ਐ, ਵੀ ਆ ਮੇਰੇ ਹੱਥ ਜੁੜੇ ਤੁਹਾਡੇ ਅੱਗੇ, ਵੀ ਹੁਣ ਤਾਂ ਉਹਨਾਂ ਨੂੰ ਟੇਕ ਲੈਣ ਦਿਓ ਘਰ। ਮਾਤਾ ਸੁਲੱਖਣੀ ਭਾਈ ਬਾਲੇ ਨੂੰ ਕਹਿੰਦੀ, ਭਾਈ ਬਾਲਾ ਜੀ ਹੁਣ ਤਾਂ ਤਪੇ ਨੂੰ ਟੇਕ ਲੈਣ ਦਿਓ, ਇੱਥੇ ਕੁਝ ਸਮਾਂ ਉਹ ਸਾਡੇ ਕੋਲ ਰਹਿ ਜਾਣ, ਹੁਣ ਤਾਂ ਨਾ ਉਹਨਾਂ ਨੂੰ ਨਾਲ ਲੈ ਕੇ ਸੱਜੇ ਖੱਬੇ ਜਾਇਆ ਕਰੋ। ਹਾਂਜੀ। ਦੇਸ਼ ਵਿਦੇਸ਼ਨ ਕੇ ਬਿਖੈ ਰਿਓ ਸੰਗ ਚਿਰ ਕਾਲ। ਦੇਸ਼ਾਂ ਵਿਦੇਸ਼ਾਂ ਵਿੱਚ ਤੁਸੀਂ ਉਹਨਾਂ ਦੇ ਨਾਲ ਰਹਿ ਕੇ ਵਿਚਰੇ ਹੋ, ਦੂਰ ਦੂਰ ਤੱਕ ਜਾ ਕੇ ਆਏ ਹੋ। ਚੌਪਈ ਲੈ ਤੁਝ ਕੋ ਨਿਜ ਸੰਗ ਸਿਧਾਰੇ। ਤੁਹਾਨੂੰ ਆਪਣੇ ਨਾਲ ਲੈ ਕੇ ਉਹ ਦੂਰ ਚਲੇ ਜਾਂਦੇ ਹਨ, ਬਾਹਰ ਕਾਲ ਵਿਸਾਲ ਗੁਜ਼ਾਰੇ। ਔਰ ਬਾਹਰ ਹੀ ਆਪਣਾ ਕਿੰਨਾ ਕਿੰਨਾ ਸਮਾਂ ਬਤੀਤ ਕਰ ਆਉਂਦੇ ਨੇ। ਹਮਰੇ ਪਾਸ ਰਹਿਣ ਦਿਓ ਅਬਈ। ਭਾਈ ਬਾਲਾ ਜੀ ਤੁਸੀਂ ਮੇਰੇ ਭਰਾ ਹੋ, ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਤੁਹਾਨੂੰ ਕਿ ਹੁਣ ਕੁਝ ਸਮਾਂ ਮੇਰੇ ਸਾਹਿਬ ਨੂੰ ਇੱਥੇ ਮੇਰੇ ਪਾਸ ਰਹਿਣ ਦਿਓ। ਤੁਸੀਂ ਹੁਣ ਇੱਥੋਂ ਵਿਦਾ ਹੋ ਕੇ ਚਲੇ ਜਾਓ, ਕਿਉਂਕਿ ਤੁਸੀਂ ਇੱਥੇ ਰਹੋਗੇ ਤਾਂ ਕਿਤੇ ਨਾ ਕਿਤੇ ਉਹ ਫਿਰ ਟੁਰੇ ਰਹਿਣਗੇ। ਹਾਂਜੀ। ਤੁਝ ਬਿਨ ਜਾਏ ਵੈਰ ਨੈ ਕਬਈ। ਮੈਨੂੰ ਇੰਨਾ ਪਤਾ ਵੀ ਜੇ ਤੁਸੀਂ ਟੁਰ ਗਏ ਤੇ ਫਿਰ ਉਹ ਨਹੀਂ ਕਿਤੇ ਜਾਣ ਲੱਗੇ। ਜੇ ਤੁਸੀਂ ਇੱਥੇ ਰਹੋਗੇ ਤੇ ਉਹਨਾਂ ਨੂੰ ਫਿਰ ਫੁਰਨਾ ਆ ਜਾਣਾ ਵੀ ਚੱਲ ਬਾਲਿਆ ਚੱਲੀਏ। ਤੁਸੀਂ ਬੜੇ ਵਰਿਆਂ ਦੇ ਉਹਨਾਂ ਦੇ ਸਾਥੀ ਹੋ, ਸੁਲਤਾਨਪੁਰ ਸਾਹਿਬ ਉਹਨਾਂ ਦੇ ਚਰਨਾਂ 'ਚ ਗਏ ਸੋ, ਮੁੜ ਕੇ ਉਹਨਾਂ ਨਾਲ ਹੀ ਰਹੇ ਹੋ ਸਾਰਾ ਜੀਵਨ, ਤੇ ਤੁਹਾਨੂੰ ਵੇਖ ਕੇ ਉਹਨਾਂ ਨੇ ਫਿਰ ਕਿਤੇ ਨਾ ਕਿਤੇ ਜਾਣ ਦਾ ਪ੍ਰੋਗਰਾਮ ਬਣਾ ਲੈਣਾ। ਇਸ ਕਰਕੇ ਜੇ ਤੁਸੀਂ ਚਲੇ ਜਾਓਗੇ ਫਿਰ ਉਹ ਇੱਥੇ ਸਾਡੇ ਕੋਲ ਰਹਿ ਕੇ ਦਰਸ਼ਨ ਦੇਣਗੇ। ਮੈਂ ਸੁਣ ਕੇ ਮਨ ਮਾਈ ਵਿਚਾਰਾ। ਭਾਈ ਬਾਲਾ ਜੀ ਕਹਿੰਦੇ ਇਹ ਸੁਣ ਕੇ ਮੈਂ ਆਪਣੇ ਮਨ 'ਚ ਵਿਚਾਰ ਕੀਤੀ। ਨਿਜ ਹਿਤ ਬਿਨ ਬਚ ਸਾਚੀ ਉਚਾਰਾ। ਕਹਿਣ ਲੱਗੇ ਵੀ ਇਹ ਵੀ ਤਾਂ ਆਖਰਕਾਰ ਉਹ ਪਤ ਵਰਤਾ ਇਸਤਰੀ ਹੈ ਜਿਹਨੇ ਜੀਵਨ ਦੇ ਕਈ ਵਰੇ ਸਾਹਿਬ ਦੀ ਉਡੀਕ 'ਚ ਬਤੀਤ ਕੀਤੇ, ਵੀ ਸਹੀ ਆਪਣੀ ਜਗ੍ਹਾ ਤੇ। ਮਾਤਾ ਜੀ ਦੇ ਮਨ ਦੀ ਭਾਵਨਾ ਭਾਈ ਬਾਲਾ ਜੀ ਨੇ ਸਮਝੀ। ਚਿਰੰਕਾਲ ਲਗ ਕੀਨੀ ਉਦਾਸੀ। ਇਹ ਲੰਮਾ ਸਮਾਂ ਸਤਿਗੁਰਾਂ ਨੇ ਉਦਾਸੀਆਂ ਕੀਤੀਆਂ, ਅਬ ਇਉ ਉਚਿਤ ਰਹੇ ਇਨ ਪਾਸੀ। ਇਹੀ ਉਚਿਤ ਹੈ ਵੀ ਹੁਣ ਕੁਝ ਸਮਾਂ ਸਤਿਗੁਰੂ ਜੀ ਇਹਨਾਂ ਦੇ ਕੋਲ ਰਹਿਣ। ਮਾਨ ਬਚਨ ਮੈਂ ਪ੍ਰਭ ਟਿਗਿਆ ਵਾ। ਭਾਈ ਬਾਲਾ ਜੀ ਕਹਿੰਦੇ ਮਾਤਾ ਜੀ ਦੇ ਬਚਨ ਮੰਨ ਕੇ ਮੈਂ ਸਤਿਗੁਰਾਂ ਕੋਲ ਆਇਆ। ਹੱਥ ਜੋੜ ਕੇ ਤਬੇ ਅਲਾਵਾ। ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ। ਕਿਸੇ ਬਿਸਾਵੋ ਨਿਸਪਛਾਤੀ। ਕਹਿੰਦੇ ਮੈਂ ਹੱਥ ਜੋੜ ਕੇ ਆ ਕੇ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਆਪਣੇ ਤੋਂ ਬਾਅਦ ਕਿਸ ਨੂੰ ਬਿਠਾਓਗੇ ਗੱਦੀ ਤੇ? ਗੁਰਤਾ ਦਿਓ ਕਰੋ ਬਖਿਆਤੀ। ਕਿਸ ਨੂੰ ਗੁਰਗੱਦੀ ਬਖਸ਼ੋਗੇ? ਸ੍ਰੀ ਚੰਦ ਕੈ ਲਖਮੀ ਦਾਸ। ਬਾਬਾ ਸ਼੍ਰੀ ਚੰਦ ਜੀ ਨੂੰ ਗੱਦੀ ਦਿਓਗੇ ਜਾਂ ਬਾਬਾ ਲਖਮੀ ਦਾਸ ਜੀ ਨੂੰ ਦਿਓਗੇ? ਕਿਦੋਂ ਅਪਰ ਕੋ ਹੇ ਸੁਖ ਰਾਸ। ਜਾਂ ਫਿਰ ਕਿਸੇ ਹੋਰ ਨੂੰ ਸੁਖ ਦਾਤੇ ਜੀ ਗੱਦੀ ਬਖਸ਼ੋਗੇ? ਸ਼੍ਰੀ ਮੁਖ ਤੇ ਮੁਝ ਦਿਓ ਬਤਾਈ। ਕਿਰਪਾ ਕਰਕੇ ਮੈਨੂੰ ਦੱਸ ਦਿਓ। ਜੋ ਪਾਵੇ ਸਭ ਜਗ ਗੁਰਿਆਈ। ਜਿਹਨੂੰ ਜਗਤ ਦੀ ਗੁਰਿਆਈ ਮਿਲੇ ਉਹਦੇ ਬਾਰੇ ਦੱਸੋ। ਕਹਿਤ ਪਏ ਹਮਰੇ ਪਛਾਤੀ। ਕਹਿੰਦੇ ਸੁਣ ਕੇ ਮੈਨੂੰ ਸਤਿਗੁਰੂ ਜੀ ਕਹਿਣ ਲੱਗੇ ਕਿ ਸਾਡੇ ਤੋਂ ਬਾਅਦ ਤ੍ਰਿਹਣ ਗੋਤ ਛਤਰੀ ਜੈ ਜਾਤੀ। ਛਤਰੀ ਵਰਨ ਚੋਂ 63 ਗੋਤ ਵਿੱਚੋਂ ਪ੍ਰਥਮੇ ਲੈਣੇ ਤਾਂ ਕੋ ਨਾਮ। ਉਹਨਾਂ ਦਾ ਪਹਿਲਾ ਨਾਮ ਭਾਈ ਲੈਣਾ ਹੋਵੇਗਾ। ਗੁਣ ਅੰਗਦ ਹੋਏ ਹੈ ਅਬਿਰਾਮ। ਸਾਡੇ ਅੰਗਾਂ ਨਾਲ ਲੱਗ ਕੇ ਗੁਰੂ ਅੰਗਦ ਰੂਪ ਹੋਣਗੇ। ਆਪਣੋ ਸੋ ਸਰੂਪ ਮੈਂ ਤਾਰਾਂ। ਮੈਂ ਉਹਨਾਂ ਵਿੱਚ ਆਪਣੀ ਜੋਤ ਟਿਕਾਵਾਂਗਾ। ਭਗਤ ਭਾਵਨਾ ਭਲੀ ਬਿਥਾਰ। ਉਹਨਾਂ 'ਚ ਟਿਕ ਕੇ ਫਿਰ ਭਗਤੀ ਭਾਵਨਾ ਦਾ ਵਿਸਥਾਰ ਕਰਾਂਗੇ।
ਭੇਦ ਨ ਲਖ ਸਕੀਏ ਕੋ ਜੈਸਾ। ਕਹਿੰਦੇ ਕੋਈ ਭੇਦ ਨਹੀਂ ਜਾਣੇਗਾ ਸਾਡੇ ਵਿੱਚ ਤੇ ਉਹਨਾਂ ਵਿੱਚ। ਦੂਸਰ ਭੇਖ ਤਰਵ ਮੈਂ ਐਸਾ। ਏਦਾਂ ਦੂਸਰਾ ਭੇਖ ਬਾਹਰਲਾ ਸਰੀਰ ਹੀ ਮੈਂ ਬਦਲਣਾ ਹੈ। ਕਿਉਂ ਸੁਣ ਕੇ ਮੈਂ ਦ્વੈ ਕਰ ਬੰਦੇ। ਸੁਣ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਸਾਹਿਬ ਨੂੰ ਬੰਦਨਾ ਕੀਤੀ। ਬੰਦਨ ਕੀਨ ਚਰਨ ਅਰਬਿੰਦੇ। ਗੁਰੂ ਚਰਨਾਂ ਤੇ ਮੱਥਾ ਟੇਕਿਆ। ਪ੍ਰਭ ਜੀ ਅਬ ਮੁਝ ਦਿਓ ਰਜਾਈ। ਔਰ ਆਖਿਆ ਮਹਾਰਾਜ ਹੁਣ ਮੈਨੂੰ ਆਗਿਆ ਦਿਓ। ਤਲਵੰਡੀ ਮੈਂ ਰਹਿ ਹੋ ਜਾਈ। ਮੈਂ ਜਾ ਕੇ ਆਪਣੇ ਜੀਵਨ ਦਾ ਕੁਝ ਸਮਾਂ ਤਲਵੰਡੀ ਬਤੀਤ ਕਰਾਂ। ਬਹੁਰ ਕਿਰਪਾ ਕਰ ਮੇਲੋ ਜਬਈ। ਮਹਾਰਾਜ ਫਿਰ ਜਦੋਂ ਆਪ ਜੀ ਕਿਰਪਾ ਕਰਕੇ ਆਪਣੇ ਨਾਲ ਮੇਲੋਗੇ ਦਰਸ਼ਨ ਪ੍ਰਾਪਤ ਹੋਏ ਹੈ ਤਬਈ। ਆਪ ਜੀ ਦੇ ਦਰਸ਼ਨ ਹੋਣਗੇ ਮੈਨੂੰ। ਦਾਸ ਜਾਨ ਚਿਤ ਚੇਤੈ ਕਰੀਏ। ਅੱਜ ਮੈਨੂੰ ਦਾਸ ਜਾਣ ਕੇ ਚੇਤੇ ਕਰਿਓ। ਭੂਲ ਕਿਓ ਕਛ ਹਿਰਦੇ ਨ ਤਰੀਏ। ਸਾਹਿਬ ਤੁਹਾਡੀ ਸੇਵਾ ਟਹਿਲ ਕਰਦਿਆਂ ਮੇਰੇ ਕੋਲੋਂ ਹੋਈਆਂ ਅਨੇਕਾਂ ਭੁੱਲਾਂ ਆਪ ਜੀ ਕਿਰਪਾ ਕਰਕੇ ਨਾ ਚਿਤਾਰਿਓ, ਬਖਸ਼ ਲਿਓ। ਸੁਣ ਕੇ ਸ੍ਰੀ ਗੁਰ ਬਚਨੀ ਉਚਾਰੇ। ਭਾਈ ਬਾਲੇ ਦੀ ਬੇਨਤੀ ਸਤਿਗੁਰੂ ਜੀ ਬੋਲੇ। ਤੂੰ ਹਮਸੇ ਨਿਤ ਮਿਲਿਓ ਪਿਆਰੇ। ਮਹਾਰਾਜ ਜੀ ਕਹਿੰਦੇ ਹੈ ਮੇਰੇ ਪਿਆਰੇ ਤੂੰ ਸਾਡੇ ਨਾਲ ਸਦਾ ਹੀ ਮਿਲਿਆ ਹੋਇਆ, ਤੂੰ ਸਾਡੇ ਤੋਂ ਕਦੇ ਵੀ ਵੱਖਰਾ ਨਾ ਹੋਵੇਂਗਾ। ਸੰਗੀ ਲੋਕ ਪਰਲੋਕ ਮਜਾਰੀ। ਤੂੰ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸਾਡੇ ਨਾਲ ਰਹੇਗਾ। ਕਰਤੇ ਹੋ ਹਮਰੇ ਨਿਤ ਅਨੁਸਾਰੀ। ਤੁਸੀਂ ਸਾਡੇ ਅਨੁਸਾਰੀ ਹੋ ਕੇ ਸਾਰਾ ਜੀਵਨ ਬਤੀਤ ਕੀਤਾ। ਤਨ ਮਿਲਿਓ ਪੁਨ ਵਿਛਰਨ ਹੋਈ। ਇਹ ਸਰੀਰਾਂ ਦਾ ਮਿਲਣਾ ਤੇ ਵਿਛੜਨਾ ਇਹ ਤਾਂ ਹੋਇਆ ਹੀ ਹੈ, ਬਣਿਆ ਹੀ ਹੈ। ਜਿਨ ਮਨ ਮਿਲੇ ਨਾ ਵਿਛਰੇ ਕੋਈ। ਭਾਈ ਬਾਲਾ ਜੀ ਜਿਨ੍ਹਾਂ ਦੇ ਮਨ ਮਿਲੇ ਹੁੰਦੇ ਉਹ ਕਦੇ ਨਹੀਂ ਵਿਛੜਦੇ। ਸਦਾ ਯਾਦ ਤੂੰ ਹਿਰਦੇ ਹਮਾਰੇ। ਸਦਾ ਹੀ ਸਾਨੂੰ ਯਾਦ ਰਹੋਗੇ ਸਾਡੇ ਹਿਰਦੇ ਵਿੱਚ। ਪਰਮ ਮੀਤ ਕੋ ਕਿਉਂ ਦੇ ਵਿਸਾਰੇ। ਤੁਸੀਂ ਇਕੱਲੇ ਸਾਡੇ ਸੇਵਕ ਹੀ ਨਹੀਂ, ਸਾਡੇ ਪਰਮ ਮਿੱਤਰ ਹੋ, ਤੇ ਆਪਣੇ ਪਰਮ ਮਿੱਤਰ ਨੂੰ ਅਸੀਂ ਕਿਵੇਂ ਆਪਣੇ ਦਿਲੋਂ ਵਿਸਾਰ ਸਕਦੇ ਹਾਂ। ਸੁਣ ਕੇ ਪੁਨ ਬੰਧਨ ਮੈਂ ਕੀਨੀ। ਇਹ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਚਰਨਾਂ ਤੇ ਬੰਦਨਾ ਕੀਤੀ। ਗਮਨ ਕੀਨ ਜਬ ਆਇਸ ਦੀਨੀ। ਗੁਰੂ ਸਾਹਿਬ ਦੀ ਆਗਿਆ ਲੈ ਕੇ ਮਹਾਰਾਜ ਜੀ ਕੋਲੋਂ ਵਿਦਾ ਹੋਇਆ। ਰੈਨ ਦਿਵਸ ਤਿਨ ਮੂਰਤ ਧਿਆਨਾ। ਰਾਤ ਦਿਨ ਗੁਰੂ ਸਾਹਿਬ ਦੀ ਸੋਹਣੀ ਮੂਰਤ ਦਾ ਧਿਆਨ ਮੈਂ ਆਪਣੇ ਹਿਰਦੇ 'ਚ ਵਸਾਇਆ। ਕਰੋ ਹਿਰਦੇ ਹੋਏ ਆਨੰਦ ਮਾਨ। ਪਰਮ ਆਨੰਦ ਹਿਰਦੇ 'ਚ ਬਣਿਆ ਰਿਹਾ। ਸ਼੍ਰੀ ਅੰਗਦ ਸੁਨ ਪਰਮ ਵੱਡੇ। ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ ਕਿ ਉਦੋਂ ਮੈਂ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਚਲਾ ਗਿਆ। ਮਹਾਰਾਜ ਹੁਣ ਦੂਸਰੇ ਜਾਮੇ 'ਚ ਤੁਹਾਡੇ ਦਰਸ਼ਨ ਹੋਏ ਹਨ, ਤੁਸੀਂ ਵੀ ਉਹਨਾਂ ਦਾ ਹੀ ਰੂਪ ਹੋ। ਮਹਾਰਾਜ ਮੈਂ ਆਪ ਜੀ ਦੇ ਚਰਨਾਂ ਵਿੱਚ ਪੰਜ ਭੌਤਿਕ ਸਰੀਰ ਤਿਆਗ ਕੇ ਤੁਹਾਡੀ ਤਤਵ ਮੂਰਤ ਵਿੱਚ ਅਭੇਦ ਹੋਵਾਂ, ਮੇਰੇ ਤੇ ਉਤਰਸ ਕਰੋ। ਭਾਈ ਸਾਹਿਬ ਭਾਈ ਬਾਲਾ ਜੀ ਸੱਚਖੰਡ ਜਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰੇ ਹੈ ਸੰਤ
ਤਹ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਈਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ